गुर तेग बहादुर चंद। दसवें गोविंद सिंह गुरु नमो चरण अरविंद। जिसमें अमृत ज्ञान है माणक भगत वैराग। गुरु ग्रंथ साहिब उदत बंदों कर अनुराग। जजन भजन मम खालसा खालसा पूज बिजोग। दास गोबिंद फतेह खालसा दर्श परस मिटे सोग। आत्म रस जो जानही सो है खालस देव। प्रभ मैं मोह मैं तास मैं रंचक नाहिन पेव। मूक उचरै शास्त्र खाट पिंग गिरन चढ़ जाए। अंध लखै बदरो सुनै जो काल कृपा कराए। कहाँ बुद्ध प्रभ तुच्छ हमारी बरन सकै महिमा जो तिहारी। हम न सकत कर सिफत तुम्हारी आप लिहो तुम कथा सुधा। हम न सकत कर सिफत तुम्हारी आप लिहो तुम कथा सुधारी। सतनाम श्री वाहिगुरु साहिब जी दोहरा। चितवत बिदतन चंडका श्री सतगुरु महाराज। सुपत जथा सुख निस बिखै बड़े गरीब निवाज। वाहिगुरु जी का खालसा वाहिगुरु जी की फतेह। परम सन्मान योग गुरु की साजी नवाजी होई गुरु रूप गुरु खालसा साध संगत जी सतगुरां दी पावन पवित्र हजूरी च सुभाईमान हो के आप जी अमृतमयी गुरु की बाणी का रस मान रहे हो और सतगुरु कलगीधर पिता जी का पावन पवित्र इतिहास बड़ी शरधा भावना सह जो महाकवि कविराज भाई संतोख सिंह जी ने लिखिया है पुरातन ग्रंथां के आधार ते और जो पंथक रवायतां हन गुरबाणी है दसम पातशाह जी की ਉਹਦੇ ਆਧਾਰ ਉੱਤੇ ਇਹ ਸਾਰਾ ਇਤਿਹਾਸ ਲਿਖਿਆ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਦੇਖਿਆ ਕਿ ਆਪਣੇ ਸਿੱਖਾਂ ਉੱਤੇ ਬੜੇ ਜ਼ੁਲਮ ਹੋ ਰਹੇ ਹਨ। ਹਿੰਦੂ ਔਰ ਮੁਸਲਮਾਨ ਦੋਵੇਂ ਹੀ ਕੌਮਾਂ ਖਾਲਸੇ ਦੀਆਂ ਵੈਰੀ ਬਣ ਗਈਆਂ। ਮੁਸਲਮਾਨ ਹਕੂਮਤ ਸੀ ਉਹ ਤਾਂ ਚਾਹੁੰਦੇ ਨਹੀਂ ਸੀ ਕੋਈ ਦੂਸਰਾ ਸ਼ਸਤਰਧਾਰੀ ਹੋਵੇ, ਕੋਈ ਰਾਜ ਸੱਤਾ ਲੈਣ ਦਾ ਚਾਹਵਾਨ ਬਣੇ, ਕੋਈ ਸਾਡੇ ਕੋਲੋਂ ਇਹ ਰਾਜ ਸੱਤਾ ਖੋਹਣ ਦੀ ਕੋਸ਼ਿਸ਼ ਕਰੇ। ਇਹ ਗੱਲ ਮੁਗਲਾਂ ਨੂੰ ਤੁਰਕਾਂ ਨੂੰ ਬਰਦਾਸ਼ਤ ਨਹੀਂ ਸੀ ਔਰ ਉਹ ਇਹ ਵੀ ਸੁਪਨਾ ਲੈ ਕੇ ਹਿੰਦੁਸਤਾਨ 'ਚ ਆਏ ਸਨ ਕਿ ਸਾਰਾ ਹਿੰਦੁਸਤਾਨ ਇਸਲਾਮ ਦੇ ਦਾਇਰੇ 'ਚ ਲਿਆਉਣਾ ਹੈ, ਸਾਰਿਆਂ ਨੂੰ ਮੁਸਲਮਾਨ ਕਰਨਾ ਹੈ। ਜਹਾਦ ਦਾ ਝੰਡਾ ਖੜਾ ਕਰਕੇ 700 ਸਾਲ ਤੋਂ ਲਗਾਤਾਰ ਮੰਦਰ ਢਾਹ ਕੇ ਮਸੀਤਾਂ ਬਣਾ ਰਹੇ ਸਨ, ਗਊਆਂ ਮਾਰ ਰਹੇ ਸਨ। ਜਿਹੜਾ ਵੀ ਜ਼ੁਲਮ ਉਹ ਕਰ ਸਕਦੇ ਸਨ। ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ। ਠਾਕੁਰ ਦੁਆਰੇ ਢਾਏ ਕੇ ਤੇ ਠੋੜੀ ਮਸੀਤ ਉਸਾਰਾ। ਵਾਰਾਂ ਭਾਈ ਗੁਰਦਾਸ ਜੀ ਵਿੱਚ ਇਹ ਸਾਰਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ। ਉਸ ਦੇਸ਼ ਦੀ ਮੰਦਹਾਲੀ ਵਿੱਚੋਂ ਹੀ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਅਵਤਾਰ ਹੋਇਆ। ਸਰ ਮੁਹੰਮਦ ਇਕਬਾਲ ਨੇ ਬੜੇ ਸੋਹਣੇ ਬਚਨ ਕਹੇ ਨੇ, ਫਿਰ ਉਠੀ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ख्वाब से। ਕਿਉਂਕਿ ਹਿੰਦੂ ਧਰਮ ਜਿਹੜਾ ਸੀ ਉਹ ਵੱਖ-ਵੱਖ ਸ਼ਾਖਾਵਾਂ ਵਿੱਚ ਪਾਟ ਚੁੱਕਾ ਸੀ ਔਰ ਕੋਈ ਦੇਵੀ ਦੀ ਪੂਜਾ ਕਰ ਰਿਹਾ ਸੀ, ਕੋਈ ਗਣੇਸ਼ ਦੀ ਕਰ ਰਿਹਾ ਸੀ, ਕੋਈ ਕ੍ਰਿਸ਼ਨ ਭਗਵਾਨ ਦਾ ਉਪਾਸ਼ਕ ਸੀ, ਕੋਈ ਰਾਮਚੰਦਰ ਦੀ ਪੂਜਾ ਕਰ ਰਿਹਾ ਸੀ ਔਰ ਇਹ ਇੱਕ ਦੂਜੀ ਦੀ ਨਿੰਦਾ ਕਰਿਆ ਕਰਦੇ ਸਨ। ਜਿਹੜੇ ਕ੍ਰਿਸ਼ਨ ਭਗਵਾਨ ਨੂੰ ਮੰਨਣ ਵਾਲੇ ਹਨ ਉਹ ਸ੍ਰੀ ਰਾਮਚੰਦਰ ਜੀ 'ਤੇ ਸ਼ਰਧਾ ਨਹੀਂ ਸਨ ਰੱਖਦੇ। ਜਿਹੜੇ ਸ੍ਰੀ ਰਾਮਚੰਦਰ ਜੀ ਨੂੰ ਮੰਨਣ ਵਾਲੇ ਸਨ ਉਹ ਕ੍ਰਿਸ਼ਨ ਜੀ ਦੀ ਨਿੰਦਾ ਕਰ ਦਿੰਦੇ ਸਨ। ਐਸੀ ਮੰਦਹਾਲੀ ਹਿੰਦੂ ਧਰਮ ਦੀ ਹੋ ਚੁੱਕੀ ਸੀ। ਜਾਤ ਪਾਤ ਵਰਨ ਵੰਡ ਵੱਡੇ ਛੋਟੇ ਦਾ ਵਰਤਾਰਾ ਇਸ ਨੇ ਦੇਸ਼ ਦੇ ਧਰਮ ਨੂੰ ਬੜੀ ਵੱਡੀ ਸੱਟ ਮਾਰੀ ਸੀ। ਉਸ ਵੇਲੇ ਫਿਰ ਨੀਵੀਆਂ ਜਾਤਾਂ ਵਿੱਚ ਮਹਾਂਪੁਰਸ਼ਾਂ ਨੇ ਜਨਮ ਲਏ। ਭਗਤ ਕਬੀਰ ਜੀ ਮਹਾਰਾਜ ਜੁਲਾਹਿਆਂ ਦੇ ਘਰ ਜਨਮ ਲੈ ਕੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਨਿਰਗੁਣ ਸਰੂਪ ਦੀ ਵਿਆਖਿਆ ਕੀਤੀ। ਲੋਕਾਂ ਨੂੰ ਬ੍ਰਹਮ ਨਾਲ ਪਰਮੇਸ਼ਰ ਨਾਲ ਜੋੜਿਆ। ਭਗਤ ਰਵਿਦਾਸ ਜੀ ਮਹਾਰਾਜ ਨੇ ਚਮਿਆਰ ਜਾਤੀ ਵਿੱਚ ਜਨਮ ਲੈ ਕੇ
ਉਸ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਦਾ ਪ੍ਰਚਾਰ ਕੀਤਾ। ਇਸੇ ਤਰ੍ਹਾਂ ਨਾਮਦੇਵ ਜੀ ਛੀਂਬਿਆਂ ਦੀ ਜਾਤ ਵਿੱਚ ਪ੍ਰਗਟ ਹੋਏ ਤੇ ਉਹਨਾਂ ਦੇ ਵਿੱਚ ਪ੍ਰਚਾਰ ਕਰਕੇ ਉਹਨਾਂ ਨੇ ਸਾਰੀ ਦੁਨੀਆ ਨੂੰ ਇੱਕ ਸੂਤਰ 'ਚ ਪਰੋਣ ਦਾ ਯਤਨ ਕੀਤਾ। ਪੰਚਮ ਪਾਤਸ਼ਾਹ ਨੇ ਇਹਨਾਂ ਸਾਰੇ ਮਹਾਂਪੁਰਸ਼ਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰਕੇ ਏਕਤਾ ਤੇ ਅਖੰਡਤਾ ਦਾ ਇੱਕ ਨਿਸ਼ਾਨ ਸਾਹਿਬ ਚੁਲਾ ਦਿੱਤਾ। ਐਸੀ ਧਰਮ ਦੀ ਤੁਜਾ ਖੜੀ ਕਰ ਦਿੱਤੀ ਕਿ ਜਿੱਥੇ ਸਾਰੇ ਸਾਂਝੀਵਾਲ ਸਨ, ਸਭੇ ਸਾਂਝੀਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਵੱਡੇ ਛੋਟੇ ਦਾ, ਗਰੀਬ ਅਮੀਰ ਦਾ, ਆਪਣੇ ਬਗਾਨੇ ਦਾ ਭੇਦ ਮਿਟਾ ਕੇ ਆਤਮਾ ਤੇ ਪਰਮਾਤਮਾ ਨੂੰ ਇੱਕ ਕਰਕੇ ਸਮਾਜ ਨੂੰ ਉੱਚਾ ਚੁੱਕਿਆ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜੋ ਇਸ ਭਾਰਤ ਭੂਮੀ ਨੂੰ ਦੇਣ ਹੈ, ਐਸੀ ਸੰਸਾਰ ਵਿੱਚ ਸਾਧ ਸੰਗਤ ਜੀ ਕਿਤੇ ਵੀ ਕੋਈ ਮਿਸਾਲ ਨਹੀਂ ਮਿਲਦੀ। ਧੰਨ ਬਾਜਾਂ ਵਾਲੇ ਸਤਿਗੁਰੂ ਜੀ ਨੇ ਹੁਣ ਵੇਖਿਆ ਹੈ, ਹੁਣ ਸਮਾਂ ਆ ਗਿਆ ਅਖੀਰ ਦਾ। ਜਬ ਆਪ ਕੀ ਔਦ ਨਿਦਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰੋ। ਹੁਣ ਕੋਈ ਚਾਰਾ ਨਹੀਂ ਰਹਿ ਗਿਆ ਸਵਾਏ ਖੰਡਾ ਚੁੱਕਣ ਦੇ। ਚੂਕਾਰ ਅੱਜ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਸੋ ਜਿੱਥੇ ਤੁਰਕ ਤਾਂ ਖਾਲਸੇ ਨੂੰ ਵੇਖ ਕੇ ਉੱਦਾਂ ਹੀ ਸੜਦੇ ਸਨ, ਸ਼ਸਤਰਧਾਰੀ ਹੋਣਾ ਖਾਲਸੇ ਦਾ ਉਹਨਾਂ ਨੂੰ ਨਾ ਖੁਸ਼ਗਵਾਰ ਸੀ, ਬਰਦਾਸ਼ਤ ਨਹੀਂ ਸੀ ਹੁੰਦਾ ਉਹਨਾਂ ਕੋਲੋਂ। ਹਿੰਦੂ ਇਸ ਕਰਕੇ ਸੜਦੇ ਸਨ ਵੀ ਇਹ ਸਾਡੇ ਵਿੱਚੋਂ ਨਿਕਲ ਕੇ ਸਰਦਾਰ ਬਣ ਗਏ ਨੇ, ਇਹ ਸਾਡੇ ਤੋਂ ਵੱਡੇ ਬਣ ਗਏ ਨੇ। ਅਸੀਂ ਆਪਣੇ ਆਪ ਨੂੰ ਵੱਡਾ ਸਮਝਦੇ ਸੀ, ਬ੍ਰਾਹਮਣਾਂ, ਖੱਤਰੀਆਂ, ਵੱਡੀਆਂ ਜਾਤਾਂ ਦੇ। ਇਹ ਨੀਵੀਆਂ ਜਾਤਾਂ ਦੇ ਲੋਕ ਨਾਈ, ਛੀਂਬੇ, ਝਮਿਆਰ, ਤਰਖਾਣ, ਲੋਹਾਰ, ਇਸੇ ਤਰ੍ਹਾਂ ਝੀਵਰ ਤੇ ਝਮਿਆਰ, ਇਹ ਸਾਰੀਆਂ ਜਾਤਾਂ ਦੇ ਲੋਕ ਹੁਣ ਸ਼ਸਤਰ ਬੰਨ੍ਹ ਕੇ ਗੁਰੂ ਗੁਰੂ ਜਪਦੇ ਨੇ ਤੇ ਦਾੜੇ ਕੇਸ ਸੋਹਣੇ ਲੱਗਦੇ ਨੇ। ਇਹ ਜਦੋਂ ਵੇਖਿਆ ਨਾ ਤੇ ਉਹ ਹਿੰਦੂਆਂ ਨੂੰ ਵੀ ਬੜੀ ਨਫ਼ਰਤ ਹੋ ਗਈ ਸਿੱਖਾਂ ਨਾਲ, ਉਹ ਵੀ ਪਰੇਸ਼ਾਨ ਕਰਨ ਲੱਗ ਪਏ। ਕਿਉਂਕਿ ਇਨਸਾਨ ਆਪਣੇ ਦੁੱਖਾਂ ਤੋਂ ਇੰਨਾ ਦੁਖੀ ਨਹੀਂ ਹੁੰਦਾ ਜਿੰਨਾ ਕਿਸੇ ਦੀ ਸ਼ਾਨ ਵੇਖ ਕੇ, ਚੜ੍ਹਤਲ ਵੇਖ ਕੇ ਦੁਖੀ ਹੁੰਦਾ ਹੈ, ਦੂਸਰੇ ਦੀ ਸ਼ਾਨ ਨੂੰ ਮਿੱਟੀ 'ਚ ਮਿਲਾਉਣ ਦੇ ਲਈ ਯਤਨ ਕਰਦਾ ਹੈ। ਸੋ ਐਸਾ ਹਿੰਦੂ ਸਮਾਜ ਵਿੱਚ ਵੀ ਸਾਧ ਸੰਗਤ ਜੀ ਵਰਤਾਰਾ ਵੇਖਿਆ ਗਿਆ। ਤਾਂ ਕਲਗੀਧਰ ਪਾਤਸ਼ਾਹ ਜੀ ਨੇ ਉਸ ਵੇਲੇ ਫਿਰ ਅਕਾਲ ਪੁਰਖ ਦੀ ਮਹਾ ਤੇਜਸਵੀ ਸ਼ਕਤੀ ਚੰਡੀ ਪ੍ਰਗਟ ਕਰਨ ਵਾਸਤੇ ਉਪਰਾਲਾ ਕੀਤਾ ਹੈ ਤੇ ਆਪਣੇ ਕੋਲ ਸਾਰੇ ਹਿੰਦੁਸਤਾਨ ਦੇ ਪੰਡਤਾਂ ਨੂੰ ਸੱਦ ਕੇ ਯੱਗ ਕਰਵਾਇਆ। ਤੇ ਜਦੋਂ ਯੱਗ ਕਰਵਾਇਆ ਹਜ਼ਾਰਾਂ ਲੱਖਾਂ ਪੰਡਤ ਆਏ। ਮਹਾਰਾਜ ਨੇ ਕਿਹਾ ਜਿਹੜਾ ਸਾਡੇ ਲੰਗਰ ਵਿੱਚ ਛਤਰੀ ਭੋਜਨ ਛਕੇਗਾ, ਯਾਨੀ ਮਹਾਂਪ੍ਰਸ਼ਾਦ ਮਾਸ ਖਾਏਗਾ, ਉਹਨੂੰ ਤੇ 5 ਮੋਹਰਾਂ ਦੇਵਾਂਗੇ, ਤੇ ਜਿਹੜਾ ਖੀਰ ਕੜਾਹ ਸਤੋਗੁਣੀ ਭੋਜਨ ਖਾਏਗਾ ਉਹਨੂੰ 5 ਰੁਪਈਏ ਦੇਵਾਂਗੇ। ਲਾਲਚ ਵਸ ਹਜ਼ਾਰਾਂ ਪੰਡਤ ਮਾਸ ਵਾਲੀ ਪੰਗਤ 'ਚ ਬੈਠ ਗਏ ਤੇ ਕੁਛ ਪੰਡਤ 5-10% ਜਿਹੜੇ ਸਨ ਆਪਣੇ ਧਰਮ ਤੇ ਪੱਕੇ ਰਹੇ। ਉਹ ਕਹਿੰਦੇ ਸਾਡਾ ਧਰਮ ਨਹੀਂ ਹੈ, ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ। ਉਹ 5-10 ਬੰਦੇ ਜਿਹੜੇ ਸਨ ਉਹ ਖੀਰ ਵਾਲੇ ਪਾਸੇ ਗਏ, ਲਾਲਚ ਵਿੱਚ ਨਹੀਂ ਆਏ। ਪੈਸੇ ਦਾ ਲਾਲਚ ਉਹਨਾਂ ਦੇ ਧਰਮ ਨੂੰ ਨਹੀਂ ਡੁਲਾ ਸਕਿਆ। ਮਹਾਰਾਜ ਨੇ ਜਿਨ੍ਹਾਂ ਨੇ ਮਾਸ ਖਾਧਾ ਸੀ ਉਹਨਾਂ ਨੂੰ ਧਿਕਾਰਾਂ ਲਾਹਨਤਾਂ ਪਾਈਆਂ ਤੇ 5-5 ਰੁਪਈਏ ਦਿੱਤੇ ਤੇ ਤੋਰ ਦਿੱਤਾ। ਕਹਿਣ ਲੱਗੇ ਤੁਸੀਂ ਆਪਣੇ ਧਰਮ ਉੱਤੇ ਵੀ ਕਲੰਕ ਲਾਉਂਦੇ ਹੋ ਤੇ ਦੂਜਿਆਂ ਨੂੰ ਕੀ ਤੁਸੀਂ ਅਗਵਾਈ ਦਿਓਗੇ। ਤੇ ਜਿਹੜੇ ਸੱਚੇ ਧਰਮੀ ਸਨ ਉਹਨਾਂ ਨੂੰ ਕੋਲ ਰੱਖਿਆ, ਉਹਨਾਂ ਨੂੰ 5-5 ਮੋਹਰਾਂ ਦਿੱਤੀਆਂ, ਸਤਿਕਾਰ ਦਿੱਤਾ। ਆਪਣੇ ਕੋਲ ਰੱਖ ਕੇ ਉਹਨਾਂ ਨੂੰ ਪੁੱਛਿਆ ਕਿ ਦੇਸ਼ ਦੀ ਬੜੀ ਮਾੜੀ ਹਾਲਤ ਹੈ, ਤੁਸੀਂ ਧਰਮ ਦੇ ਆਗੂ ਹੋ ਔਰ ਧਰਮੀ ਲੋਕ ਹੋ, ਅਸੀਂ ਤੁਹਾਨੂੰ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਵੀ ਤੁਸੀਂ ਲਾਲਚੀ ਨਹੀਂ ਹੋ, ਸੰਤੋਖੀ ਹੋ। ਤੁਸੀਂ ਆਪਣੇ ਦੇਸ਼ ਦੀ ਹਾਲਤ ਬਾਰੇ ਸੋਚਿਆ ਕਦੀ ਵੀ ਇਹ ਕਿਸ ਤਰ੍ਹਾਂ ਇਹਦਾ ਉਥਾਨ ਹੋ ਸਕਦਾ ਹੈ? ਉਹ ਕਹਿਣ ਲੱਗੇ ਮਹਾਰਾਜ ਇਹਦਾ ਆਪ ਹੀ ਦੱਸ ਸਕਦੇ ਹੋ। ਮਹਾਰਾਜ ਕਹਿੰਦੇ ਇਸ ਵੇਲੇ ਕਲਯੁਗ ਵਿੱਚ ਚੰਡੀ ਪ੍ਰਗਟ ਕਰਨ ਦੀ ਲੋੜ ਹੈ। ਚੰਡੀ ਤੋਂ ਬਿਨਾਂ, ਇਹ ਸ਼ਕਤੀ ਤੋਂ ਬਿਨਾਂ ਯੁੱਧ ਨਹੀਂ ਹੋ ਸਕਦਾ। ਅਸੀਂ ਇਹ ਭਾਰਤ ਭੂਮੀ ਦੇ ਲੋਕਾਂ ਦੇ ਹਿਰਦਿਆਂ ਵਿੱਚ ਚੰਡੀ ਪ੍ਰਗਟ ਕਰਨੀ ਹੈ। ਇਹ ਸਾਧ ਸੰਗਤ ਜੀ ਬੜਾ ਡੂੰਘਾ ਇੱਕ ਸਿੰਬੋਲਿਕ ਪ੍ਰਸੰਗ ਆ ਰਿਹਾ ਜਿਹੜਾ ਸਾਰਿਆਂ ਨੂੰ ਸਮਝ ਨਹੀਂ ਆਉਣਾ। ਅੱਜ ਕੱਲ੍ਹ ਅੱਧੇ ਤੋਂ ਜ਼ਿਆਦਾ ਲੋਕ ਜਿਹੜੇ ਹਨ ਉਹ ਇਹ ਪ੍ਰਸੰਗ ਹੀ ਕੱਟ ਕੇ ਚਲੇ ਜਾਂਦੇ ਹਨ, ਕਿਉਂਕਿ ਸਿੰਘ ਸਭਾ ਲਹਿਰ ਤੋਂ ਇਸ ਪ੍ਰਸੰਗ ਦੀ ਵਿਰੋਧਤਾ ਸ਼ੁਰੂ ਹੋਈ ਸੀ, ਅੰਗਰੇਜ਼ਾਂ ਨੇ ਕਰਵਾਈ ਸੀ ਤਾਂ ਕਿ ਖਾਲਸੇ ਸ਼ਕਤੀ ਦਾ ਸੰਚਾਰ ਨਾ ਰਵੇ, ਸ਼ਕਤੀ ਨੂੰ ਭੁੱਲ ਜਾਣ, ਦਸਮ ਦੀ ਬਾਣੀ ਨੂੰ ਅਲੋਪ ਕਰ ਦੇਣ। ਸੋ ਪਰ ਜਿਹੜੇ ਗੁਰੂ ਦੇ ਲਾਲ ਹਨ
ਉਹ ਆਪਣੇ ਗੁਰੂ ਦੇ ਬਚਨਾਂ ਤੇ ਭਰੋਸਾ ਰੱਖਦੇ ਹਨ। ਸਤਿਗੁਰੂ ਜੀ ਨੇ ਗੁਰਸਿਮਰ ਮਨਾਈ ਕਾਲਕਾ। ਗੁਰੂ ਸਾਹਿਬ ਜੀ ਨੇ ਉਸ ਵੇਲੇ ਉਹ ਕਾਲਕਾ ਨੂੰ, ਉਸ ਚੰਡੀ ਨੂੰ, ਸ਼ਕਤੀ ਨੂੰ ਪ੍ਰਗਟ ਕੀਤਾ ਹੈ। ਖੰਡੇ ਕੀ ਵੇਲਾ, ਕਿਉਂਕਿ ਸਮਾਂ ਜੰਗ ਯੁੱਧ ਦਾ ਸੀਗਾ। ਇਸ ਵੇਲੇ ਲక్ష్ਮੀ ਜਾਂ ਸੁਰਸਤੀ ਉਹ ਆਪੋ ਆਪਣਾ ਕੰਮ ਕਰਦੀਆਂ ਨੇ, ਪਰ ਜਦੋਂ ਐਨ ਅੱਗ ਬਲ ਜਾਂਦੀ ਹੈ, ਜਦੋਂ ਸਿਰ ਤੇ ਝੁੱਲ ਜਾਂਦੀ ਹੈ, ਉਦੋਂ ਫਿਰ ਚੰਡੀ ਹੀ ਕੰਮ ਆਉਂਦੀ ਹੈ। ਲਾਸਟ ਫਿਰ ਚੰਡੀ ਤੇ ਗੱਲ ਮੁੱਕਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਚੰਡੀ ਅਕਾਲ ਪੁਰਖ ਦੀ ਮਹਾ ਸ਼ਕਤੀ ਨੂੰ ਪ੍ਰਗਟ ਕਰਨ ਲਈ ਪੰਡਤਾਂ ਨਾਲ ਸਲਾਹ ਕੀਤੀ। ਉਹ ਕਹਿਣ ਲੱਗੇ, ਮਹਾਰਾਜ ਕਲਯੁਗ ਵਿੱਚ ਚੰਡੀ ਪ੍ਰਗਟ ਹੋਣੀ ਬੜੀ ਮੁਸ਼ਕਲ ਹੈ। ਹਾਂ, ਕੋਈ ਬੰਦਾ ਉਪਾਸਨਾ ਕਰੇ, ਸਾਧਨਾ ਕਰੇ, ਉਹ ਸਾਧਨਾ ਕਰਕੇ ਉਹ ਪਰਮਾਤਮਾ ਦੀ ਵੱਲੋਂ ਕੋਈ ਦੇਵੀ ਸ਼ਕਤੀ ਉਹਦੀ ਮਦਦ ਕਰ ਦੇਵੇ, ਉਹ ਗੱਲ ਵੱਖਰੀ ਹੈ। ਪਰ ਪ੍ਰਤੱਖ ਹੋ ਕੇ ਦਰਸ਼ਨ ਦੇਵੇ ਔਰ ਪ੍ਰਤੱਖ ਹੋ ਕੇ ਸਾਰਾ ਕਾਰਜ ਕਰੇ, ਇੰਨਾ ਕਲਯੁਗ ਵਿੱਚ ਹੋਣਾ ਮੁਸ਼ਕਲ ਹੈ। ਸਤਯੁਗ, ਤ੍ਰੇਤਾ, ਦੁਆਪਰ ਯੁੱਗਾਂ ਵਿੱਚ ਵੀ ਇੰਨੀ ਛੇਤੀ ਚੰਡੀ ਪ੍ਰਗਟ ਨਹੀਂ ਸੀ ਹੁੰਦੀ ਜਿਵੇਂ ਕਲਯੁਗ ਵਿੱਚ ਆਪ ਜੀ ਕਰਨਾ ਚਾਹੁੰਦੇ ਹੋ। ਔਰ ਸਾਡੇ ਵਿੱਚ ਤਾਂ ਬਿਲਕੁਲ ਸਮਰੱਥਾ ਨਹੀਂ। ਤੁਸੀਂ ਚਾਹੋ ਤਾਂ ਕਰ ਸਕਦੇ ਹੋ। ਹਾਂ, ਜੇ ਤੁਸੀਂ ਪੁੱਛਦੇ ਹੋ ਵੀ ਇਹ ਅਨੁਸ਼ਠਾਨ ਕਰਨ ਲਈ, ਪੂਜਾ ਪਾਠ ਕਰਨ ਲਈ, ਹਵਨ ਕਰਨ ਲਈ ਪੰਡਤ ਕਿਹੜਾ ਹੋਵੇਗਾ, ਤਾਂ ਸਾਡੀ ਨਿਗਾਹ ਵਿੱਚ ਇੱਕ ਕੇਸਵ ਦਾਸ ਨਾਮ ਦਾ ਪੰਡਤ ਕਾਸ਼ੀ 'ਚ ਰਹਿੰਦਾ ਹੈ, ਜਿਹੜਾ ਚੰਡਕਾ ਦਾ ਉਪਾਸਕ ਹੈ। ਲਗਾਤਾਰ ਸ਼ਕਤੀ ਦੀ ਭਗਤੀ ਵਿੱਚ ਲੀਨ ਰਹਿੰਦਾ ਹੈ, ਕਈ ਘੰਟੇ ਸਾਧਨਾ ਕਰਦਾ ਹੈ ਔਰ ਬੜਾ ਸੰਤੋਖੀ ਧਰਮੀ ਬੰਦਾ ਹੈ। ਜੇ ਉਹ ਆ ਜਾਵੇ, ਉਹ ਅਨੁਸ਼ਠਾਨ ਕਰਨਾ ਮੰਨ ਜਾਵੇ ਤਾਂ ਹੋ ਸਕਦਾ, ਪਰ ਅਸੀਂ ਕੋਈ ਗਰੰਟੀ ਨਹੀਂ ਲੈ ਸਕਦੇ। ਪੰਡਤਾਂ ਦੀ ਸੱਚੀ ਤੇ ਖਰੀ ਗੱਲ ਸੁਣ ਕੇ ਕਲਗੀਧਰ ਪਾਤਸ਼ਾਹ ਥੋੜ੍ਹੇ ਮੁਸਕਰਾ ਪਏ। ਉਹਨਾਂ ਦਾ ਮੁਸਕਰਾਣਾ ਵੀ ਇੱਕ ਵਿਅੰਗਾਤਮਕ ਸੀ, ਕਿਉਂਕਿ ਸਤਿਗੁਰੂ ਜਾਣਦੇ ਸਨ ਕਿ ਚੰਡੀ ਤਾਂ ਅਕਾਲ ਪੁਰਖ ਦੀ ਹੁਣ ਪ੍ਰਗਟ ਹੋ ਕੇ ਹੀ ਰਹਿਣੀ ਹੈ। ਪੰਡਤਾਂ ਦਾ ਵਿਸ਼ਵਾਸ ਨਹੀਂ ਬਣਦਾ, ਜਦੋਂ ਪ੍ਰਗਟ ਹੋ ਜਾਏਗੀ ਆਪੇ ਵੇਖ ਲੈਣਗੇ। ਤੋ ਸੱਚੇ ਪਾਤਸ਼ਾਹ ਮਹਾਰਾਜ ਹੁਣ ਚੰਡੀ ਪ੍ਰਗਟ ਕਰਨ ਦਾ ਉਪਰਾਲਾ ਕਰ ਰਹੇ ਹਨ। ਇਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਦੋਹਰਾ ਚਿਤਵਤ ਬਿਦਤਨ ਚੰਡਕਾ, ਸ੍ਰੀ ਸਤਿਗੁਰ ਮਹਾਰਾਜ। ਸ੍ਰੀ ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਚਿਤਵਨੀ ਕਰਦੇ ਹਨ ਕਿ ਕਿਸ ਤਰ੍ਹਾਂ ਚੰਡੀ ਪ੍ਰਗਟ ਹੋਵੇ। ਸੁਪਤ ਜਥਾ ਸੁਖ ਨਿਸ ਬਸੈ, ਵੱਡੇ ਗਰੀਬ ਨਿਵਾਜ। ਵੱਡੇ ਗਰੀਬ ਨਿਵਾਜ ਸਤਿਗੁਰੂ ਰਾਤ ਨੂੰ ਸੁਖ ਨਾਲ ਆਪਣੇ ਪਲੰਗ ਤੇ ਬਿਰਾਜੇ ਹਨ, ਆਰਾਮ ਕੀਤਾ ਹੈ। ਪਾਦੜੀ ਛੰਦ ਉਠਿਅੰਤ ਤੇਜ ਤੇ ਤੇਜ ਰੂਪ। ਮਹਾਰਾਜ ਸੱਚੇ ਪਾਤਸ਼ਾਹ ਦੇ ਚਿਹਰੇ ਤੋਂ ਬੜਾ ਤੇਜ ਪ੍ਰਕਾਸ਼ ਝਲਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੂਰਜ ਚੜ੍ਹਦਾ ਹੈ ਨਾ, ਤੇਜ ਪ੍ਰਕਾਸ਼ ਹੁੰਦਾ ਸੂਰਜ ਦਾ, ਤਾਂ ਉਦੋਂ ਹੀ ਸਤਿਗੁਰਾਂ ਦਾ ਤੇਜ ਪ੍ਰਕਾਸ਼। ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਉੱਠੇ ਹਨ। ਭਲਿਅੰਤ ਪਲਕ ਲੋਚਨ ਅਨੂਪ। ਮਹਾਰਾਜ ਸਾਹਿਬ ਜੀ ਦੀਆਂ ਸੁੰਦਰ ਪਲਕਾਂ, ਮਹਾਰਾਜ ਸਾਹਿਬ ਦੇ ਨੇਤਰ ਖਿੜੇ ਹਨ, ਬੜਾ ਹੀ ਸੋਹਣਾ ਰੂਪ ਹੈ। ਭਲਿਅੰਤ ਸ਼ਬਦ ਚਹੁ ਔਰ ਜੋਰ। ਔਰ ਚਾਰੇ ਪਾਸੇ ਆਨੰਦਪੁਰ ਸਾਹਿਬ ਸ਼ਬਦ ਕੀਰਤਨ ਹੋ ਰਿਹਾ। ਕੋਈ ਗੁਰਬਾਣੀ ਦਾ ਨਿਤਨੇਮ ਕਰ ਰਿਹਾ, ਕੋਈ ਜਪਜੀ ਸਾਹਿਬ ਪੜ੍ਹ ਰਿਹਾ, ਕੋਈ ਜਾਪ ਸਾਹਿਬ ਪੜ੍ਹ ਰਿਹਾ, ਕੋਈ ਚੰਡੀ ਦੀ ਵਾਰ ਪੜ੍ਹ ਰਿਹਾ, ਕੋਈ ਆਸਾ ਦੀ ਵਾਰ ਦਾ ਕੀਰਤਨ ਕਰ ਰਿਹਾ, ਕੋਈ ਸੁਖਮਣੀ ਸਾਹਿਬ ਦੀਆਂ ਪਾਵਨ ਪਵਿੱਤਰ ਅਸ਼ਟਪਦੀਆਂ ਉਚਾਰਨ ਕਰ ਰਿਹਾ। ਇੱਦਾਂ ਗੁਰੂ ਕੇ ਲਾਲ, ਗੁਰੂ ਕੇ ਸਿੱਖ ਸ੍ਰੀ ਆਨੰਦਪੁਰ ਸਾਹਿਬ ਚਾਰੇ ਪਾਸੇ ਗੁਰਬਾਣੀ ਦਾ ਜਾਪ ਕਰ ਰਹੇ ਨੇ। ਧੁਨ ਰਾਗ ਸੋ ਮਧੁਰ ਮਿਰਦੰਗ ਘੋਰ। ਔਰ ਬੜੇ ਮਿੱਠੇ ਸੋਹਣੇ ਸੁੰਦਰ ਸੁਰ ਤਾਲ ਦੇ ਵਿੱਚ ਰਾਗੀ ਕੀਰਤਨ ਕਰ ਰਹੇ ਨੇ। ਚਰਣੰਤ ਤਾਰ ਬਾਜੰਤ ਬੈਨ। ਜਦੋਂ ਤਾਰਾਂ ਝਰਨਾਟ ਛੇੜਦੀਆਂ ਨੇ, ਮਿਰਦੰਗ ਵੱਜਦੇ ਨੇ ਤੇ ਰਾਗੀਆਂ ਦੇ ਸੁਰੀਲੇ ਗਲੇ ਵਿੱਚੋਂ ਗੁਰੂ ਦੀ ਬਾਣੀ ਦਾ ਆਲਾਪ ਹੁੰਦਾ ਹੈ। ਗਾਵੰਤ ਗਿਆਨ ਦਾ ਗੁਰ ਨਿਬੈਨ। ਕਹਿੰਦੇ ਗਿਆਨਦਾਈ ਗੁਰੂ ਕੀ ਬਾਣੀ ਨੂੰ ਗਾਉਂਦੇ ਨੇ। ਕੋਈ ਆਸਾ ਦੀ ਵਾਰ ਗਾਉਂਦਾ ਹੈ, ਕੋਈ ਆਸਾ ਰਾਗ ਤੇ ਕੋਈ ਭੈਰਵੀਂ ਛੇੜਦਾ ਹੈ, ਕੋਈ ਭੈਰੋਂ ਲਾਉਂਦਾ ਹੈ। ਜਿਹੜੇ ਅੰਮ੍ਰਿਤ ਵੇਲੇ ਦੇ ਰਾਗ ਹਨ ਉਹ ਰਬਾਬੀ ਗਾ ਰਹੇ ਹਨ। ਅੰਤਰੀ ਦੇ ਜਿਨ ਕੋ ਵਿਚਾਰ। ਕਹਿੰਦੇ ਜਿਨ੍ਹਾਂ ਦੀ ਵਿਚਾਰ ਹਿਰਦੇ ਵਿੱਚ ਧਾਰਨ ਕਰਦੇ ਹਨ ਗੁਰੂ ਕੇ ਸਿੱਖ, ਦ੍ਰਿਸ਼ਟਾਂਤਰ ਕਾਮ ਆਦਿਕ ਵਿਕਾਰ। ਤਾਂ ਉਹਨਾਂ ਦੀ ਮਨ ਦੀ ਜਿਹੜੀ ਮਾੜੀ ਬਾਸ਼ਨਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਵਿਕਾਰ ਹਨ, ਉਹ ਅੰਦਰੋਂ ਝੜਨੇ ਸ਼ੁਰੂ ਹੋ ਜਾਂਦੇ ਹਨ। ਸਾਧ ਸੰਗਤ ਜੀ, ਇਹ ਵਿਕਾਰ ਜਨਮਾਂ ਜਨਮਾਂਤਰਾਂ ਤੋਂ ਬੰਦੇ ਦੇ ਨਾਲ ਹਨ।
ਇਹ ਨਾ ਸਮਝ ਲੈਣਾ ਵੀ ਇੱਕ ਦਿਨ ਵਿੱਚ ਇਹਨਾਂ ਤੋਂ ਖਹਿੜਾ ਛੁੱਟ ਜਾਂਦਾ ਹੈ। ਇਹ ਬੜੀ ਵੱਡੀ ਲੜਾਈ ਹੈ ਜਨਮਾਂ ਜਨਮਾਂਤਰਾਂ ਦੀ। ਗੁਰੂ ਦੇ ਚਰਨਾਂ ਵਿੱਚ ਪੈ ਕੇ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰ ਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਿੱਖ ਅਰਦਾਸਾਂ ਕਰਦੇ ਨੇ, ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ ਤੇ ਵਿਕਾਰ ਉਹਨਾਂ ਦੇ ਝੜ ਜਾਂਦੇ ਨੇ। ਚੜ੍ਹਯੰਤ ਡੰਕ ਨੋਬਤ ਬਜੰਤ, ਕਹਿੰਦੇ ਜਦੋਂ ਨੌਬਤਾਂ ਵੱਜਦੀਆਂ ਨੇ, ਨਗਾਰਿਆਂ ਤੇ ਚੋਭਾਂ ਲੱਗਦੀਆਂ ਨੇ, ਤਰਸਯੰਤ ਛਤਰ ਸ਼੍ਰੋਣੇ ਸੁਨੰਤ, ਸੁਣ ਕੇ ਵੈਰੀਆਂ ਦੇ ਦਿਲ ਦਹਿਲ ਜਾਂਦੇ ਨੇ। ਜਿੱਥੇ ਗੁਰੂ ਕੀ ਬਾਣੀ ਦਾ ਕੀਰਤਨ ਸੁਣ ਕੇ, ਮ੍ਰਿਦੰਗ ਦੀ ਧੁਨੀ ਸੁਣ ਕੇ ਗੁਰੂ ਕੇ ਸਿੱਖਾਂ ਦੇ ਹਿਰਦੇ ਵਿਕਾਸ ਵਿੱਚ ਆ ਜਾਂਦੇ ਨੇ, ਉੱਥੇ ਗੁਰੂ ਘਰ ਦੇ ਨਗਾਰੇ ਵੱਜਦੇ ਵੇਖ ਕੇ ਸ਼ਤਰੂਆਂ ਦੇ ਦਿਲ ਦਹਿਲ ਜਾਂਦੇ ਨੇ। ਬੋਲਤ ਨਕੀਬ ਸਤਿਗੁਰ ਪ੍ਰਤਾਪ, ਗੁਰੂ ਘਰ ਦੇ ਭੱਟ ਤੇ ਨਕੀਬ ਗੁਰੂ ਘਰ ਦਾ ਜਸ ਗਾਉਂਦੇ ਨੇ, ਗੁਰੂ ਦਾ ਪ੍ਰਤਾਪ ਸੁਣਾਉਂਦੇ ਨੇ। ਜੈ ਕਹਾ ਹੋਤ ਕਰਤਾਰ ਜਾਪ, ਥਾਂ ਥਾਂ ਤੇ ਕਰਤਾਰ ਕਰਤਾਰ ਹੋ ਰਹੀ ਹੈ, ਅਕਾਲ ਅਕਾਲ ਹੋ ਰਹੀ ਹੈ। ਅਕਾਲ ਦਾ ਜਾਪ ਗੁਰੂ ਕਾ ਖਾਲਸਾ ਕਰਦਾ ਹੈ। ਡੰਕੇ ਰਣੰਕ ਖੜਕੇ ਕੜਿਆਲ, ਔਰ ਕਹਿੰਦੇ ਕੜਿਆਲਾਂ ਵੱਜਦੀਆਂ ਨੇ, ਡੰਕੇ ਵੱਜਦੇ ਨੇ, ਸੰਖ ਵੱਜਦੇ ਨੇ, ਨਫੀਰੀਆਂ ਵੱਜਦੀਆਂ ਨੇ, ਸ਼ਹਿਨਾਈਆਂ ਵੱਜਦੀਆਂ ਨੇ, ਤੁਰਰੀਆਂ ਵੱਜਦੀਆਂ ਨੇ। ਗੁਰੂ ਘਰ ਦੇ ਵਿੱਚ ਆਨੰਦ ਦੇ ਵਾਜੇ ਵੱਜਦੇ ਨੇ। ਦਰ ਪੜ੍ਹੈ ਪਾਠ ਕੀਰਤ ਵਿਸਾਲ, ਗੁਰੂ ਘਰ ਦੇ ਕੀਰਤਨੀਏ ਬੜੀ ਸੁਰੀਲੀ ਆਵਾਜ਼ ਵਿੱਚ ਗੁਰੂ ਕਾ ਕੀਰਤਨ ਕਰਦੇ ਨੇ ਤੇ ਭੱਟ ਸਵਈਏ ਉਚਾਰਨ ਕਰਦੇ ਨੇ, ਕਵਿਤ ਸੁਣਾਉਂਦੇ ਨੇ, ਗੁਰੂ ਘਰ ਦੀ ਮਹਿਮਾ ਦਾ ਬਿਆਨ ਕਰਦੇ ਨੇ। ਭਜਯੰਤ ਸੰਖ ਤੁਰਰੀ ਅਨੇਕ, ਸੰਖ ਵੱਜਦੇ ਨੇ, ਤੁਰਰੀਆਂ ਵੱਜਦੀਆਂ ਨੇ ਗੁਰੂ ਘਰ ਦੇ ਵਿੱਚ। ਉਠਤ ਸਿੱਖ ਧਾਰਤ ਵਿਵੇਕ, ਜਿਉਂ ਹੀ ਉਹਨਾਂ ਆਵਾਜ਼ਾਂ ਦੀ ਆਵਾਜ਼ ਸੁੱਤੇ ਪਏ ਸਿੱਖਾਂ ਦੇ ਕੰਨਾਂ 'ਚ ਪੈਂਦੀ ਹੈ, ਉਹ ਆਪਣਾ ਬਿਸਤਰਾ ਛੱਡ ਕੇ ਛਾਲ ਮਾਰ ਕੇ ਉੱਠਦੇ ਨੇ, ਵਿਚਾਰ ਕਰਦੇ ਨੇ ਅੰਮ੍ਰਿਤ ਵੇਲਾ ਹੋ ਗਿਆ, ਖੁੰਝ ਨਾ ਜਾਵੇ। ਕਿਉਂਕਿ ਪੁਰਾਤਨ ਸਿੱਖਾਂ ਵਿੱਚ ਅੰਮ੍ਰਿਤ ਵੇਲੇ ਦਾ ਜੇ ਨਾ ਕੋਈ ਜਾਗਦਾ ਸੀ ਨਾ ਤੇ ਉਹ ਬੜਾ ਆਪਣੇ ਆਪ ਨੂੰ ਮਹਿਸੂਸ ਕਰਦਾ ਸੀ ਕਿ ਮੇਰੇ ਤੋਂ ਬੜੀ ਵੱਡੀ ਭੁੱਲ ਹੋ ਗਈ ਹੈ। ਕਹਿੰਦੇ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਏ। ਅੱਜ ਅੰਮ੍ਰਿਤ ਵੇਲਾ ਨਹੀਂ ਸਾਂਭਿਆ, ਅੱਜ ਬਾਣੀ ਨਹੀਂ ਪੜ੍ਹੀ, ਅੱਜ ਨਾਮ ਨਹੀਂ ਜਪਿਆ। ਇਉਂ ਗੁਰੂ ਕੇ ਸਿੱਖ ਸੋਚਾਂ 'ਚ ਪੈ ਜਾਂਦੇ ਸਨ। ਇਹ ਵਿਚਾਰ ਕਰਕੇ ਵੀ ਸਵੇਰੇ ਉੱਠਣਾ ਹੀ ਉੱਠਣਾ ਹੈ, ਹਰ ਹਾਲਤ ਵਿੱਚ ਉੱਠ ਕੇ ਇਸ਼ਨਾਨ ਕਰਦੇ ਸਨ। ਮੰਗਲ ਮਹਾਨ ਮੰਦਰ ਸੁਪੌਰ, ਗੁਰੂ ਘਰ ਦੇ ਦਰਵਾਜ਼ੇ ਅੱਗੇ ਬੜੇ ਮੰਗਲਮਈ ਵਾਜੇ ਵੱਜ ਰਹੇ ਹਨ। ਤਿਆਗੰਤ ਨੀਂਦ ਹਿੰਦਵਾਨ ਮੋਰ, ਕਹਿੰਦੇ ਹਿੰਦੂਆਂ ਦੇ ਸ਼੍ਰੋਮਣੀ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਨ੍ਹਾਂ ਹਿੰਦੂ ਧਰਮ ਦੀ ਰਾਖੀ ਕਰਨੀ ਹੈ, ਕਿਉਂਕਿ ਸ਼੍ਰੋਮਣੀ ਉਹੀ ਹੁੰਦਾ ਜਿਹੜਾ ਉਹਨਾਂ ਦੇ ਬਾਗ ਬਗੀਚੇ ਨੂੰ ਬਚਾਵੇ। ਜੇ ਸਾਧ ਸੰਗਤ ਜੀ ਅੱਜ ਹਿੰਦੂਆਂ ਦਾ ਕੋਈ ਹੋਰ ਆਗੂ ਬਣਿਆ ਫਿਰਦਾ ਤਾਂ ਹਿੰਦੂਆਂ ਨੂੰ ਸੋਚ ਲੈਣਾ ਚਾਹੀਦਾ ਕਿ ਇਸ ਸਮੇਂ ਵਿੱਚ ਔਰੰਗਜ਼ੇਬ ਦੇ ਸਮੇਂ 'ਚ ਸਾਡਾ ਕੋਈ ਆਗੂ ਨਹੀਂ ਸੀ ਬਣਿਆ, ਕਿਸੇ ਨੇ ਸਾਡੀ ਬਾਂਹ ਨਹੀਂ ਸੀ ਫੜੀ। ਉਸ ਵੇਲੇ ਸਾਡਾ ਆਗੂ ਬਣਿਆ ਸੀ ਕਲਗੀਆਂ ਵਾਲਾ, ਬਾਜਾਂ ਵਾਲਾ। ਤੇ ਅੱਜ ਵੀ ਸਾਡੇ ਭਾਰਤ ਦਾ ਸਾਧ ਸੰਗਤ ਜੀ ਜੇ ਕੋਈ ਰਾਸ਼ਟਰ ਪਿਤਾ ਹੋਣਾ ਚਾਹੀਦਾ ਹੈ ਤਾਂ ਉਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਆਂ ਵਾਲਾ ਹੀ ਹੋਣਾ ਚਾਹੀਦਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਕਹਿੰਦੇ ਅੱਜ ਸੱਚੇ ਪਾਤਸ਼ਾਹ ਵੀ ਅੰਮ੍ਰਿਤ ਵੇਲੇ ਜਾਗਦੇ ਹਨ। ਇਸ ਕਾਲ ਅਲੰਕ੍ਰਿਤ ਆਏ ਦਾਸ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੜੇ ਸੁੰਦਰ ਸੋਹਣੇ ਦਸਤਾਰੇ ਸਜਾ ਕੇ ਮਹਾਰਾਜ ਦੇ ਸੇਵਾਦਾਰ ਆਏ ਹਨ। ਸਾਤ ਕੁੰਭ ਕੋ ਕੁੰਭ ਪਾਸ, ਕਹਿੰਦੇ ਉਹਨਾਂ ਨੇ ਬੜੇ ਸੋਹਣੇ 7 ਘੜੇ ਲਿਆਂਦੇ ਹਨ, ਬੜੇ ਸੁੰਦਰ। ਅਧ ਕੈ ਸੁਗੰਧ ਮਹਿਕਾਰ ਸੰਗ, ਔਰ ਬੜੀਆਂ ਸੁਗੰਧੀਆਂ, ਕਿਸੇ 'ਚ ਗੁਲਾਬ ਜਲ ਹੈ, ਕਿਸੇ 'ਚ ਕੇਵੜਾ ਹੈ, ਕਿਸੇ 'ਚ ਮੁਸ਼ਕ ਪੂਰ ਘੋਲਿਆ ਹੋਇਆ ਹੈ। ਬੜੀਆਂ ਸੁਗੰਧੀ ਵਾਲੀਆਂ 7 ਘੜੇ ਭਰ ਕੇ ਲਿਆਂਦੇ ਹਨ। ਉਹ ਰਗੜ ਬਿਦਾ ਮਨ ਸਹਿਤ ਭੰਗ, ਤੇ ਸਾਧ ਸੰਗਤ ਜੀ ਰਗੜੇ ਲੱਗੇ ਹਨ ਦੇਗਾਂ ਦੇ। 5 ਪੱਤੇ ਦੇਗ ਦੇ ਪਾ ਕੇ ਨਾਲ ਵਿੱਚ ਸ਼ਰਦਾਈ ਬਣਾ ਕੇ ਚੰਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਰਗੜਾ ਛਕਾਇਆ ਹੈ। ਏਲਾ ਲਵੰਗ ਮਿਰਚਾਂ ਨਿਕਾਰ, ਇਲਾਇਚੀਆਂ, ਏਲਾ ਕਹਿੰਦੇ ਇਲਾਇਚੀ ਨੂੰ ਔਰ ਲਵੰਗ ਕਹਿੰਦੇ ਲੌਂਗਾਂ ਨੂੰ, ਤੇ ਕਾਲੀਆਂ ਮਿਰਚਾਂ ਜਾਂ ਭੂਰੀਆਂ ਮਿਰਚਾਂ ਜਿਹੜੀਆਂ ਛੋਟੀਆਂ ਹੁੰਦੀਆਂ ਦੇਗ 'ਚ ਪਾਈਆਂ ਜਾਂਦੀਆਂ, ਉਹ ਕਾਲੀਆਂ ਮਿਰਚਾਂ ਔਰ ਸਾਧ ਸੰਗਤ ਜੀ ਇਲਾਚੀਆਂ, ਖਸਖਸ, ਬਦਾਮ,
ਇਦਾਂ ਦੇ ਬੜੇ ਸੋਹਣੇ ਵਧੀਆ ਪਦਾਰਥ ਰਗੜ ਕੇ ਮੇਲਿਓ ਗੁਲਾਬ ਵਿੱਚ ਸਰਦ ਬਾਰ ਤੇ ਗੁਲਾਬ ਜਲ ਠੰਡਾ ਵਿੱਚ ਪਾਇਆ ਹੈ। ਐਸੀ ਸੁੰਦਰ ਸ਼ਰਦਾਈ ਕੇਸਰ ਵੀ ਪਾ ਲੈਂਦੇ ਸਨ। ਵਧੀਆ ਵਧੀਆ ਪਦਾਰਥ ਪਾ ਕੇ ਸਤਿਗੁਰਾਂ ਵਾਸਤੇ ਦੇਗ ਦਾ ਰਗੜਾ ਲੱਗਦਾ ਹੈ। ਜੁਤ ਛਤਰ ਧਾਰ ਸਤਿਗੁਰ ਛਕਾਏ ਸਤਿਗੁਰੂ ਛਤਰ ਧਾਰੇ ਸਮੇਤ ਦੇਗ ਦਾ ਬਾਟਾ ਛਕਦੇ ਹਨ। ਗੁਰ ਸੋਚ ਨਾਨ ਕਰਤੇ ਬਣਾਏ ਫਿਰ ਅੰਮ੍ਰਿਤ ਵੇਲੇ ਛਕ ਕੇ 3 ਵਜੇ ਅੱਜ ਵੀ ਸੱਚਖੰਡ ਸ੍ਰੀ ਹਜੂਰ ਸਾਹਿਬ ਪੁਰਾਤਨ ਮਰਜ਼ਾਦਾ ਕਾਇਮ ਹੈ। ਬਾਕੀ ਤਾਂ ਮਲੇਸ਼ੀਆ ਨੇ ਸਾਰੀ ਮਰਜ਼ਾਦਾ ਲੋਪ ਕਰਤੀ ਸਾਧ ਸੰਗਤ ਜੀ, ਪਰ ਜਿਹੜੀ ਮਰਜ਼ਾਦਾ ਸੱਚਖੰਡ ਹੈ ਇਹ ਕਲਗੀਧਰ ਪਾਤਸ਼ਾਹ ਦੀ ਪੁਰਾਤਨ ਮਰਜ਼ਾਦਾ। ਔਰ ਕੱਲੇ ਸੂਰਜ ਪ੍ਰਕਾਸ਼ ਵਿੱਚ ਨਹੀਂ, ਕੇਸਰ ਸਿੰਘ ਛਿੱਬਰ ਦੇ ਬੰਸਾਵਲੀ ਨਾਮੇ 'ਚ ਵੀ ਇਹਦਾ ਜ਼ਿਕਰ ਮਿਲਦਾ ਹੈ। ਕੋਇਰ ਸਿੰਘ ਦੇ ਗੁਰਬਿਲਾਸ ਵਿੱਚ ਵੀ ਇਹਦਾ ਜ਼ਿਕਰ ਮਿਲਦਾ ਹੈ। ਭਾਈ ਸੁੱਖਾ ਸਿੰਘ ਦੇ ਗੁਰਬਿਲਾਸ ਵਿੱਚ ਵੀ ਇਹਦਾ ਜ਼ਿਕਰ ਮਿਲਦਾ ਹੈ। ਭਾਈ ਰਤਨ ਸਿੰਘ ਜੀ ਭੰਗੂ ਦੇ ਪੰਥ ਪ੍ਰਕਾਸ਼ ਵਿੱਚ ਵੀ ਇਹਦਾ ਜ਼ਿਕਰ ਮਿਲਦਾ ਹੈ। ਗਿਆਨੀ ਗਿਆਨ ਸਿੰਘ ਜੀ ਦੇ ਪੰਥ ਪ੍ਰਕਾਸ਼ ਵਿੱਚ ਵੀ ਇਹਦਾ ਜ਼ਿਕਰ ਮਿਲਦਾ ਹੈ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਪ੍ਰਾਚੀਨ ਗ੍ਰੰਥ ਹਨ ਉਹਨਾਂ ਸਾਰਿਆਂ ਵਿੱਚ ਇਸ ਗੱਲ ਦਾ ਜ਼ਿਕਰ ਮਿਲਦਾ। ਅੰਮ੍ਰਿਤ ਵੇਲੇ ਗੁਰੂ ਕੇ ਸਿੱਖ ਮਹਾਰਾਜ ਨੂੰ ਸ਼ਰਦਾਈਆਂ ਛਕਾਇਆ ਕਰਦੇ, ਠੰਡੀਆਂ ਦੇਗਾਂ ਛਕ ਕੇ ਫਿਰ ਮਹਾਰਾਜ ਸ਼ੌਚਾਚਾਰ ਨੂੰ ਜਾਂਦੇ, ਇਸ਼ਨਾਨ ਕਰਦੇ ਤੇ ਫਿਰ ਆਪਣੇ ਧਿਆਨ ਵਿੱਚ ਅਹੰ ਬ੍ਰਹਮਅਸਮੀ ਆਤਮਾ ਪ੍ਰਮਾਤਮਾ ਨੂੰ ਇੱਕਮਿਕ ਕਰਕੇ ਧਿਆਨ ਵਿੱਚ ਮਗਨ ਹੋ ਕੇ ਸਤਿਗੁਰੂ ਜੀ ਬੈਠ ਜਾਂਦੇ। ਲਗਭਗ 3 ਘੰਟੇ ਸਮਾਧੀ ਸਥਿਤ ਰਹਿੰਦੇ। ਜਿਉਂ ਹੀ ਸੂਰਜ ਦੀ ਪਹਿਲੀ ਕਿਰਨ ਧਰਤੀ ਤੇ ਪੈਂਦੀ ਸਤਿਗੁਰੂ ਨੇਤਰ ਖੋਲ੍ਹਦੇ, ਫਿਰ ਆਪਣੇ ਰਾਜਸੀ ਬਸਤਰ ਸ਼ਸਤਰ ਕਲਗੀਆਂ ਤੋੜੇ ਸਜਾ ਕੇ ਦਰਬਾਰ 'ਚ ਸੰਗਤਾਂ ਨੂੰ ਦਰਸ਼ਨ ਦਿੰਦੇ ਤੇ ਫਿਰ ਸਤਿਗੁਰੂ ਦੁਪਹਿਰ ਨੂੰ ਘੜੀ ਆਰਾਮ ਕਰਕੇ ਫਿਰ ਸਤਿਗੁਰੂ ਜੀ ਦੇਗ ਪਾਣੀ ਛਕ ਕੇ ਸ਼ਾਮ ਦਾ ਦੀਵਾਨ ਲਾਉਂਦੇ। ਜੇ ਸ਼ਿਕਾਰ ਨੂੰ ਜਾਣਾ ਹੁੰਦਾ ਤੇ ਫਿਰ ਸ਼ਿਕਾਰ ਖੇਡ ਕੇ ਆ ਕੇ ਰਹਿ ਰਾਸ ਸੁਣ ਕੇ ਸੁੱਖ ਲੈਂਦੇ। ਇਸ ਤਰ੍ਹਾਂ ਮਹਾਰਾਜ ਦੀ ਮਰਜ਼ਾਦਾ ਹੁੰਦੀ ਹੈ ਸਾਰੇ ਗ੍ਰੰਥਾਂ ਵਿੱਚ। ਸੋ ਅੱਜ ਵੀ ਸਤਿਗੁਰੂ ਅੰਮ੍ਰਿਤ ਵੇਲੇ ਉੱਠੇ ਹਨ। ਦੇਗੀਏ ਸਿੰਘ ਨੇ ਦੇਗ ਛਕਾਈ ਹੈ। ਬਹੁ ਦੂਰ ਦੇਸ਼ ਕੇ ਬਸਤਰ ਆਏ ਔਰ ਬਹੁਤ ਦੂਰ ਦੇਸ਼ਾਂ ਤੋਂ ਕੀਮਤੀ ਕੱਪੜੇ ਆਏ ਹੋਏ ਨੇ ਮਹਾਰਾਜ ਵਾਸਤੇ। ਹਜ਼ਾਰਾਂ ਰੁਪਇਆਂ ਦੇ ਚੋਲੇ ਸਨ ਜਿਹੜੇ ਸਤਿਗੁਰੂ ਜੀ ਪਹਿਨਿਆ ਕਰਦੇ ਸਨ, ਸੂਖਮ ਵਿਸ਼ਾਲ ਮੁੱਲ ਕੋ ਮੰਗਾਏ ਜਿਨ੍ਹਾਂ ਦਾ ਬੜਾ ਹੀ ਮਹਿੰਗਾ ਮੁੱਲ ਹੈ। ਬੜੇ ਸੂਖਮ ਬਰੀਕ ਕੱਪੜੇ ਦੇ ਬਣੇ ਹੋਏ, ਕੋਈ ਰੇਸ਼ਮ ਦੇ, ਪਸ਼ਮੀਨੇ ਦੇ, ਕੋਈ ਸਾਧ ਸੰਗਤ ਜੀ ਬਹੁਤ ਤੋਂ ਕੀਮਤੀ ਬਸਤਰ ਜਿਹੜੇ ਹਨ ਜਰੀ ਬਾਦਲੇ ਦੇ, ਉਹ ਸਤਿਗੁਰੂ ਜੀ ਦੇ ਵਾਸਤੇ ਚੋਲੇ ਤਿਆਰ ਕਰਕੇ ਰੱਖੇ ਹੋਏ ਹਨ ਜੋ ਸਤਿਗੁਰੂ ਜੀ ਨੇ ਪਹਿਨੇ ਹਨ। ਕੋਸ਼ਿਸ਼ ਨਵੀਨ ਪਹਿਰੇ ਪ੍ਰਭਾਤ ਅੰਮ੍ਰਿਤ ਵੇਲੇ ਮਹਾਰਾਜ ਨਵਾਂ ਚੋਲਾ ਪਹਿਨਿਆ, ਨਵਾਂ ਹੀ ਦੁਮਾਲਾ ਸਜਾਇਆ, ਨਵਾਂ ਹੀ ਕਮਰ ਕਸਾ, ਨਵਾਂ ਹੀ ਹਜੂਰੀਆ ਸਜਾਇਆ ਹੈ। ਅਲੰਕਾਰ ਸ਼ੋਭੰਤ ਗਾਤ ਫਿਰ ਬੜੇ ਸੋਹਣੇ ਕੱਪੜੇ ਤੇ ਗਹਿਣੇ ਵੀ ਪਹਿਨੇ ਹਨ। ਗਹਿਣੇ ਵੀ ਸਾਧ ਸੰਗਤ ਜੀ ਰਾਜਸੀ ਠਾਠ ਹੈ। ਅੱਜ ਕੱਲ੍ਹ ਕਿਸੇ ਗੁਰਸਿੱਖ ਨੂੰ ਕਹਿ ਦਿਓ, ਕਹੇਗਾ ਜੀ ਗਹਿਣੇ ਤਾਂ ਮਨਮਤ ਹੈ, ਬਾਹਮਣਵਾਦ ਹੈ। ਪਤਾ ਨਹੀਂ ਇਹ ਬਾਹਮਣਵਾਦ ਦਾ ਲਕਬ ਕਦੋਂ ਅਸੀਂ ਹਟਾਂਗੇ ਲਾਣਾ ਹਰ ਚੀਜ਼ ਦੇ ਉੱਤੇ। ਪਤਾ ਇਹ ਪੁੱਛ ਵੀ ਲਓ ਵੀ ਬਾਹਮਣਵਾਦ ਹੁੰਦਾ ਕੀ ਹੈ, ਕੋਈ ਪਤਾ ਨਹੀਂ। ਬਸ ਐਵੇਂ ਹੀ ਤੋਪ ਦਾ ਗੋਲਾ ਦਾਗ ਦੇਣਾ ਬਿਨਾਂ ਸੋਚੇ ਵਿਚਾਰੇ। ਸੱਚੇ ਪਾਤਸ਼ਾਹ ਮਹਾਰਾਜ ਬਾਦਸ਼ਾਹ ਹਨ। ਰਾਜਾਨ ਰਾਜ ਭਾਨਾਨ ਭਾਨ ਦੇ ਵਾਣ ਦੇ ਉਪਮਾ ਮਹਾਨ। ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਹਨ। ਉੱਚੀ ਕਲਗੀ ਜਿਗਾ ਤੇ ਸੋਹਣੇ ਸੋਹਣੇ ਸੋਨੇ ਦੇ ਸ਼ਸਤਰ ਬਸਤਰ ਸਜਾਉਂਦੇ ਹਨ। ਚਰਿਓ ਸਿੰਘਾਸਨ ਪਰ ਥਿਰੰਤ ਫਿਰ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਦਿਨ ਚੜੇ ਸਿੰਘਾਸਣ ਤੇ ਬੈਠ ਜਾਂਦੇ ਹਨ। ਜਿਤ ਬਸਤਰ ਸ਼ਸਤਰ ਅਤਿਸ਼ੈ ਸੁਭੰਤ ਬਸਤਰਾਂ ਤੇ ਸ਼ਸਤਰਾਂ ਨਾਲ ਮਹਾਰਾਜ ਬਹੁਤ ਜ਼ਿਆਦਾ ਸੋਹਣੇ ਲੱਗਦੇ ਹਨ, ਬਹੁਤ ਜ਼ਿਆਦਾ ਸ਼ੋਭਾ ਪਾਉਂਦੇ ਹਨ। ਤਬ ਏਕ ਸਿੱਖ ਗੁਰ ਨਿਕਟ ਆਏ ਜਦੋਂ ਅੱਜ ਪਾਤਸ਼ਾਹ ਇਸ ਤਰ੍ਹਾਂ ਸਜੇ ਧਜੇ ਹੋਏ ਕਲਗੀਆਂ ਤੋੜਿਆਂ ਨਾਲ ਸ਼ੋਭਾ ਪਾ ਰਹੇ ਸਨ, ਤਖਤ ਤੇ ਬੈਠੇ ਹੋਏ ਸਨ, ਉਸ ਵੇਲੇ ਇੱਕ ਸਿੱਖ ਆਇਆ ਹੈ। ਕਰ ਜੋਰ ਅਰਜ ਐਸੇ ਸੁਨਾਏ ਸਤਿਗੁਰਾਂ ਦੇ ਚਰਨਾਂ 'ਚ ਉਸ ਸਿੱਖ ਨੇ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕੀਤੀ ਹੈ। ਗੁਰ ਪਾਤਸ਼ਾਹ ਦਿਜ ਜਹ ਸਰਾਹੇ ਹੇ ਸੱਚੇ ਪਾਤਸ਼ਾਹ, ਹੇ ਗਰੀਬ ਨਵਾਜ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ। ਬ੍ਰਾਹਮਣ ਜਿੱਥੇ ਵੀ ਸਰਾਹਨਾ ਕਰਦੇ ਹਨ ਰਾਵਰ ਸਮੀਪ ਕਹਿ ਗਾਥ ਜਾਹੇ ਔਰ ਮਹਾਰਾਜ ਆਪ ਜੀ ਦੇ ਕੋਲ ਜਾ ਕੇ ਜਿਸ ਦੀ ਗੱਲ ਕਰਦੇ ਹਨ ਪੁਰ ਮਹਾਦੇਵ ਕੇ ਬਸਤ ਜੋਏ ਉਹ ਬੰਦਾ ਉਹ ਕੇਸੋ ਦਾਸ ਹੈ, ਜਿਹਦੀ ਆਪ ਕੋਲ ਪੰਡਤਾਂ ਨੇ ਗੱਲ ਕੀਤੀ ਸੀ। ਆਪ ਜੀ ਨੇ ਪੁੱਛਿਆ ਸੀ
ਵੀ ਕੋਈ ਐਸਾ ਵਿਦਵਾਨ ਜਿਹੜਾ ਕਰਮ ਦੇ ਵਿੱਚ ਵੀ ਪੂਰਾ ਹੋਵੇ, ਧਰਮ ਦੇ ਵਿੱਚ ਵੀ ਪੂਰਾ ਹੋਵੇ। ਕਿਉਂਕਿ ਜੇ ਕਰਮ ਧਰਮ 'ਚ ਅਧੂਰਾ ਹੋਵੇਗਾ ਤੇ ਉਹਦੇ ਕੋਲੋਂ ਸ਼ਕਤੀ ਪ੍ਰਗਟ ਨਹੀਂ ਹੋ ਸਕਦੀ। ਐਸਾ ਕੋਈ ਵਿਦਵਾਨ ਸ੍ਰੇਸ਼ਟ ਕੁਲ ਦਾ ਆਚਾਰਿਆ ਬ੍ਰਾਹਮਣ ਵਿਦਵਾਨ ਕੋਈ ਹੈ? ਤੇ ਆਪ ਜੀ ਨੇ ਪੁੱਛਿਆ ਸੀ ਤੇ ਬ੍ਰਾਹਮਣਾਂ ਨੇ ਕਿਹਾ ਸੀ ਕੇਸੋ ਦਾਸ। ਮਹਾਰਾਜ ਉਹ ਜਿਹੜਾ ਕੇਸੋ ਦਾਸ ਪੰਡਤ ਹੈ ਉਹ ਮਹਾਦੇਵ ਦੀ ਸ਼ਿਵਜੀ ਮਹਾਰਾਜ ਦੀ ਨਗਰੀ ਬਨਾਰਸ ਵਿੱਚ ਕਾਸ਼ੀ ਵਿੱਚ ਰਹਿੰਦਾ ਹੈ। ਚਲ ਆਏ ਬਾਗ ਮਹਿ ਉਤਰ ਸੋਏ। ਤੇ ਮਹਾਰਾਜ ਅੱਜ ਅਚਾਨਕ ਹੀ ਕੇਸੋ ਦਾਸ ਸ੍ਰੀ ਆਨੰਦਪੁਰ ਸਾਹਿਬ ਆ ਗਿਆ ਹੈ। ਆਖੋ ਸਤਨਾਮ। ਮੇਰੇ ਬਾਜਾਂ ਵਾਲੇ ਪਾਤਸ਼ਾਹ ਦੇ ਚੋਜ ਨਿਆਰੇ ਹਨ। ਸਾਧ ਸੰਗਤ ਜੀ ਬੁਲਾਇਆ ਨਹੀਂ ਕੇਸੋ ਦਾਸ ਨੂੰ। ਕੇਸੋ ਦਾਸ ਵੀ ਅਕਾਲ ਪੁਰਖ ਦੇ ਅਗੰਮੀ ਟੈਲੀਫੋਨ ਨਾਲ ਆਇਆ ਹੈ। ਇਹ ਅਗੰਮੀ ਖੇਡ ਵਰਤ ਰਹੀ ਹੈ। ਇਹਨੂੰ ਬਨਾਵਟੀ ਨਾ ਸਮਝ ਲੈਣਾ। ਇਹ ਬਨਾਵਟੀ ਖੇਡ ਨਹੀਂ ਸੀ। ਇਹ ਸਾਰੀ ਅਕਾਲ ਪੁਰਖ ਦੇ ਉਸੇ ਹੁਕਮ ਨਾਲ ਕਿ ਮੈਂ ਆਪਣਾ ਸੁਤ ਤੋਏ ਨਿਵਾਜਾ, ਪੰਥ ਪਰ ਚੁਰ ਕਰਬੇ ਕੋ ਸਾਜਾ, ਜਾਹੇ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ, ਯਾਹੀ ਕਾਜ ਧਰਾਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ। ਉਹ ਜਿਹੜਾ ਅਕਾਲ ਪੁਰਖ ਦਾ ਹੁਕਮ ਸੀ ਨਾ, ਸ਼ਕਤੀਆਂ ਪੂਰੀਆਂ ਨਾਲ ਸਨ, ਉਹ ਕੰਮ ਕਰ ਰਹੀਆਂ। ਮਹਾਰਾਜ ਨੇ ਕੇਸੋ ਦਾਸ ਨੂੰ ਬੁਲਾਇਆ ਨਹੀਂ। ਸਿੱਖ ਆ ਕੇ ਦੱਸ ਰਿਹਾ ਮਹਾਰਾਜ ਇੱਕ ਖੁਸ਼ਖਬਰੀ ਹੈ ਵੀ ਜਿਹੜੇ ਪੰਡਤ ਦੀ ਤੁਸੀਂ ਗੱਲ ਕਰਦੇ ਸੀ, ਜਿਹੜੇ ਪੰਡਤ ਦੀ ਬਾਹਮਣਾਂ ਨੇ ਸਿਫਤ ਕੀਤੀ ਸੀ, ਉਹ ਕੇਸੋ ਦਾਸ ਬਾਹਰ ਆਨੰਦਪੁਰ ਸਾਹਿਬ ਬਾਗ ਵਿੱਚ ਆ ਬੈਠਾ ਹੈ। ਕਹਿ ਜਾਹੇ ਸੋ ਕੇਸ਼ਵ ਦਾਸ ਨਾਮ। ਜਿਹਦਾ ਨਾਮ ਕੇਸ਼ਵ ਦਾਸ ਹੈ, ਉਹ ਕੇਸ਼ਵ ਦਾਸ ਪੰਡਤ ਆਪੇ ਹੀ ਮਹਾਰਾਜ ਬਨਾਰਸ ਤੋਂ ਆ ਗਿਆ ਹੈ ਤੇ ਆ ਕੇ ਬਾਗ ਵਿੱਚ ਬੈਠਾ ਹੈ। ਵਿਦ ਚੰਡ ਪੂਜਬੇ ਗੁਣਨ ਧਾਮ। ਉਹ ਚੰਡੀ ਦੀ ਪੂਜਾ ਕਰਨ ਦੀ ਸਾਰੀ ਵਿਧੀ ਜਾਣਦਾ ਹੈ। ਉਹ ਗੁਣਾਂ ਦਾ ਖਜ਼ਾਨਾ ਹੈ। ਉਹ ਵਿਦਵਾਨ ਹੈ ਔਰ ਉਹ ਸ਼ੁਭ ਕਰਮੀ ਹੈ। ਕੱਲਾ ਵਿਦਵਾਨ ਹੀ ਨਹੀਂ, 4 ਕਿਤਾਬਾਂ ਪੜ੍ਹ ਕੇ ਤਾਂ ਬਹੁਤ ਵਿਦਵਾਨ ਬਣ ਜਾਂਦੇ ਹੈ, ਪੰਡਤ ਬਣ ਜਾਂਦੇ ਹੈ। ਪਰ ਜਿੰਨਾ ਚਿਰ ਉਹ ਕੀਤੀ ਹੋਈ ਵਿੱਦਿਆ ਨੂੰ ਪ੍ਰੈਕਟੀਕਲ ਰੂਪ ਵਿੱਚ ਨਹੀਂ ਲਿਆਉਂਦੇ, ਉਹਨਾਂ ਚਿਰ ਉਹਨਾਂ ਨੂੰ ਪੰਡਤ ਨਹੀਂ ਕਿਹਾ ਜਾਂਦਾ। ਸਤਿਗੁਰੂ ਜੀ ਵੀ ਬਾਣੀ 'ਚ ਕਹਿੰਦੇ, ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਤ ਫਿਰ ਜੋਨ ਨਾ ਆਵੈ। ਐਸਾ ਪੰਡਤ ਮਹਾਰਾਜ ਕੇਸੋ ਦਾਸ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਗਿਆ ਹੈ। ਸੰਗ ਬ੍ਰਿੰਦ ਨਾਰ ਜੁਤ ਪ੍ਰਤਾਪ। ਮਹਾਰਾਜ ਉਹਦੇ ਨਾਲ ਬਹੁਤ ਲੋਕ ਹਨ, ਉਹਦੇ ਚੇਲੇ ਹਨ, ਉਹਦੇ ਵਿਦਿਆਰਥੀ ਹਨ, ਉਹਦੇ ਨਾਲ ਬਹੁਤ ਸਾਰੀ ਸੰਗਤ ਵੀ ਹੈ। ਕੱਲਾ ਕੇਸ਼ਵ ਦਾਸ ਨਹੀਂ ਆਇਆ, 10-20 ਜਣੇ ਉਹਦੇ ਨਾਲ ਆਏ ਹਨ। ਬੜੇ ਪ੍ਰਤਾਪ ਨਾਲ ਆਇਆ ਹੈ, ਬੜੀ ਸ਼ੋਭਾ ਦੇ ਸੰਯੁਕਤ ਆਇਆ ਹੈ। ਜਗ ਮਾਤ ਸੋ ਜਾਤਰਾ ਜਾਤ ਆਪ। ਮਹਾਰਾਜ ਉਹ ਜਗਤ ਮਾਤਾ ਚੰਡਕਾ ਦੇ ਜਿੰਨੇ ਸ਼ਕਤੀ ਪੀਠ ਹਨ, ਸਾਧ ਸੰਗਤ ਜੀ 52 ਸ਼ਕਤੀ ਪੀਠ ਮੰਨੇ ਗਏ ਹਨ। ਕਹਿੰਦੇ ਜਦੋਂ ਭਗਵਾਨ ਸ਼ਿਵ ਜੀ ਮਹਾਰਾਜ ਆਪਣੀ ਪਤਨੀ ਸਤੀ ਦਾ ਸ਼ਵ ਲੈ ਕੇ ਬੜੇ ਵਿਆਕੁਲ ਹੋ ਕੇ ਉਹਦੀਆਂ ਹੱਡੀਆਂ ਚੁੱਕੀ ਫਿਰਦੇ ਸਨ, ਜਦੋਂ ਦਛ ਪ੍ਰਜਾਪਤੀ ਦੇ ਜੱਗ ਵਿੱਚ ਸਤੀ ਨੇ ਛਾਲ ਮਾਰ ਦਿੱਤੀ ਸੀ, ਕੁੰਡ ਦੇ ਵਿੱਚ ਸੜ ਕੇ ਮਰ ਗਈ ਸੀ, ਸਤੀ ਹੋ ਗਈ ਸੀ, ਤਾਂ ਉਹਦੀ ਸ਼ਕਤੀ ਦੇ ਉਹਦੇ ਹਿੱਸੇ ਲੈ ਕੇ ਸਰੀਰ ਦੇ ਭਗਵਾਨ ਸ਼ਿਵ ਜੀ ਵਿਆਕੁਲ ਹੋਏ ਫਿਰਦੇ ਸਨ, ਬੈਰਾਗ ਕਰਦੇ ਸਨ, ਮੇਰੀ ਪਤਨੀ ਮਰ ਗਈ, ਮੇਰੀ ਸ਼ਕਤੀ ਚਲੀ ਗਈ। ਉਹ ਸ਼ਕਤੀ ਦੇ ਜਿਹੜੇ ਜਿਹੜੇ ਅੰਗ ਜਿੱਥੇ ਜਿੱਥੇ ਡਿੱਗੇ ਸਨ, ਉਹ ਸ਼ਕਤੀ ਪੀਠ ਬਣ ਗਏ। ਜਿੱਥੇ ਉਹਦੀਆਂ ਨੇਤਰ ਡਿੱਗੇ, ਉਹ ਨੈਣਾ ਦੇਵੀ ਬਣ ਗਈ। ਇਸੇ ਤਰ੍ਹਾਂ ਸਾਧ ਸੰਗਤ ਜੀ ਹਿੰਦੁਸਤਾਨ ਦੇ 52 ਸ਼ਕਤੀ ਪੀਠ ਮੰਨੇ ਗਏ ਹਨ। ਉਹ ਜਿਹੜੇ 52 ਸ਼ਕਤੀ ਪੀਠ ਹਨ, ਉਹਨਾਂ ਦੇ ਦਰਸ਼ਨ ਕਰਨ ਲਈ ਕੇਸ਼ਵ ਦਾਸ ਤੁਰਿਆ ਹੋਇਆ ਹੈ। ਮੁਝ ਕੋ ਬੁਲਾਏ ਬੁਝਿਓ ਬਿਰਤਾਂਤ। ਉਹਨੇ ਮਹਾਰਾਜ ਮੈਨੂੰ ਬੁਲਾ ਕੇ ਪੁੱਛਿਆ ਸੀ, ਮੈਂ ਕਹਿਓ ਆਪ ਕੋ ਸਭ ਮਤੰਤ। ਤੇ ਉਹਨੇ ਪੁੱਛਿਆ ਸੀ ਵੀ ਗੁਰੂ ਜੀ ਦਾ ਇਰਾਦਾ ਕੀ ਹੈ, ਤੇ ਮੈਂ ਉਹਨੂੰ ਦੱਸ ਦਿੱਤਾ ਵੀ ਗੁਰੂ ਮਹਾਰਾਜ ਤਾਂ ਆਪ ਚੰਡੀ ਪ੍ਰਗਟ ਕਰਨਾ ਚਾਹੁੰਦੇ ਹੈ। ਉਹ ਤਾਂ ਚਾਹੁੰਦੇ ਆ ਵੀ ਇਸ ਵੇਲੇ ਭਾਰਤ ਭੂਮੀ ਦੇ ਉੱਤੇ ਜੋ ਜ਼ੁਲਮ ਦੀਆਂ ਹਨੇਰੀਆਂ ਆਈਆਂ ਨੇ, ਇਹਨਾਂ ਨੂੰ ਠੱਲ ਪਾਉਣ ਲਈ ਸ਼ਕਤੀ ਦਾ ਆਵਾਹਨ ਕੀਤਾ ਜਾਵੇ ਔਰ ਗੁਰੂ ਖਾਲਸੇ ਨੂੰ ਸ਼ਕਤੀ ਸੰਪੰਨ ਕਰਕੇ ਜ਼ੁਲਮ ਦੀਆਂ ਜੜ੍ਹਾਂ ਪੁੱਟੀਆਂ ਜਾਣ। ਸੁਣ ਆਨੰਦ ਧਾਰ ਪੁਨ ਪੁਨ 부ਝੇ। ਕਹਿੰਦੇ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਹੋਏ।
ਤੇ ਉਸ ਸਿੱਖ ਨੂੰ ਬਾਰ-ਬਾਰ ਪੁੱਛਦੇ ਨੇ। ਜਿਤ ਚਾਹਤ ਕੇ ਗੁਰੂ ਬੁਲਾਏ ਲੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹ ਕਹਿ ਰਿਹਾ ਸਿੱਖ, ਮਹਾਰਾਜ ਮੈਂ ਜਦੋਂ ਤੁਹਾਡੇ ਬਾਰੇ ਦੱਸਿਆ ਨਾ ਤੇ ਉਹ ਪੰਡਤ ਜੀ ਮਨ ਵਿੱਚ ਇੱਛਾ ਕਰਨ ਲੱਗ ਪਏ ਵੀ ਜੇ ਗੁਰੂ ਸਾਹਿਬ ਮੈਨੂੰ ਬੁਲਾ ਲੈਣ ਨਾ ਆਪਣੇ ਦਰਬਾਰ ਵਿੱਚ ਅੱਜ, ਤੇ ਮੈਂ ਉਹਨਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਵਾਂ। ਕਰ ਦਰਸ ਪ੍ਰਭੂ ਕੋ ਜਾਉ ਫੇਰ। ਤੇ ਪੰਡਤ ਕੇਸ਼ਵ ਦਾਸ ਕਹਿੰਦਾ ਸੀ ਜੇ ਗੁਰੂ ਸਾਹਿਬ ਦੀ ਆਗਿਆ ਹੋਵੇ ਅੱਜ ਮੈਂ ਉਹਨਾਂ ਦੇ ਦਰਸ਼ਨਾਂ ਲਈ ਆਵਾਂ ਤੇ ਮੈਨੂੰ ਦਰਸ਼ਨ ਹੋ ਜਾਣ ਤੇ ਫਿਰ ਮੈਂ ਅੱਗੇ ਜਾਵਾਂਗਾ। ਜਿਹੜੇ ਐਸੇ ਪਰਉਪਕਾਰੀ ਸਤਿਗੁਰੂ ਨੇ ਜਿਹੜੇ ਭਾਰਤ ਭੂਮੀ ਉੱਤੋਂ ਜ਼ੁਲਮ ਦੀਆਂ ਇਹ ਹਨੇਰੀਆਂ ਰੋਕਣੀਆਂ ਚਾਹੁੰਦੇ ਨੇ, ਇਹ ਮੁਗਲਾਂ ਦੀਆਂ ਜੜ੍ਹਾਂ ਪੁੱਟਣੀਆਂ ਚਾਹੁੰਦੇ ਨੇ, ਬਾਜਾਂ ਵਾਲੇ ਸਤਿਗੁਰੂ ਜਿਹੜੇ ਯਮਨਾ ਮਲੇਸ਼ਾਂ ਦਾ ਨਾਸ਼ ਕਰਨਾ ਚਾਹੁੰਦੇ ਨੇ, ਧਰਮ ਦਾ ਪ੍ਰਕਾਸ਼ ਕਰਨਾ ਚਾਹੁੰਦੇ ਨੇ, ਉਹ ਸਤਿਗੁਰੂ ਜੇ ਮੈਨੂੰ ਬੁਲਾ ਲੈਣ। ਇਹ ਆਸ਼ਾ ਪਰਖਿਓ ਤਾਹੇ ਹੇਰ। ਮਹਾਰਾਜ ਉਹਦਾ ਆਸ਼ਾ ਅਸੀਂ ਵੇਖ ਕੇ ਆਏ ਹਾਂ ਗੁਰੂ ਕੇ ਸਿੱਖ। ਚਲ ਆਏ ਆਪ ਤੇ ਲਖੀਏ ਨਾਹੇ। ਪਰ ਮਹਾਰਾਜ ਉਹ ਆਪਣੇ ਆਪ ਆਇਆ ਹੈ, ਇਸ ਗੱਲ ਦੀ ਸਮਝ ਨਹੀਂ ਕਿਉਂ ਆਇਆ ਹੈ। ਜਿਤ ਚਹਿਤ ਅਦਕ ਹੋਏ ਮੇਲ ਪਾਹੇ। ਤੇ ਆਪ ਜੀ ਨੂੰ ਮਿਲਣਾ ਵੀ ਬਹੁਤ ਤੀਬਰਤਾ ਨਾਲ ਚਾਹੁੰਦਾ ਹੈ। ਕੇਸ਼ਵ ਦਾਸ ਚਾਹੁੰਦਾ ਵੀ ਗੁਰੂ ਸਾਹਿਬ ਦਾ ਮੈਨੂੰ ਦਰਸ਼ਨ ਹੋ ਜਾਣ। ਇੱਧਰ ਤੁਸੀਂ ਵੀ ਚਾਹੁੰਦੇ ਸੀ ਵੀ ਕੇਸ਼ਵ ਦਾਸ ਆਵੇ, ਪਰ ਤੁਸੀਂ ਕੋਈ ਚਿੱਠੀ ਨਹੀਂ ਪਾਈ, ਕੋਈ ਸੱਦਾ ਨਹੀਂ ਭੇਜਿਆ, ਤੇ ਉਹ ਆਪਣੇ ਆਪ ਚੱਲ ਆਇਆ ਹੈ। ਪ੍ਰਭ ਤੁਮ ਸਮਰੱਥ ਮਨ ਫੇਰ ਲੀਨ। ਮਹਾਰਾਜ ਤੁਸੀਂ ਸਮਰੱਥ ਹੋ, ਤੁਹਾਡੀਆਂ ਤੁਸੀਂ ਜਾਣੋ। ਬਿਨਾਂ ਚਿੱਠੀਆਂ ਦੇ ਹੀ ਬੁਲਾ ਲੈਂਦੇ ਹੋ, ਮਨ ਖਿੱਚ ਲੈਂਦੇ ਹੋ ਸਿੱਖ ਦਾ। ਮਹਾਰਾਜ ਆਪ ਜੀ ਨੇ ਕੇਸ਼ਵ ਦਾਸ ਦਾ ਮਨ ਫੇਰ ਦਿੱਤਾ, ਉਹ ਆਨੰਦਪੁਰ ਸਾਹਿਬ ਆ ਗਿਆ ਹੈ। ਵਾਂਛਤ ਜੋ ਹਿਰਦੈ ਆਗਵਨ ਕੀਨ। ਮਹਾਰਾਜ ਜੋ ਚਾਹੁੰਦਾ ਸੀ ਉਹ ਦਰਸ਼ਨਾਂ ਦੇ ਲਈ ਆ ਗਿਆ ਹੈ। ਜੋ ਆਪ ਚਾਹੁੰਦੇ ਸੀ ਵੀ ਉਹ ਆਵੇ, ਉਹ ਬਿਨਾਂ ਬੁਲਾਇਆ ਹੀ ਆ ਗਿਆ ਹੈ। ਸੁਨ ਸਰੋਣ ਬੈਨ ਗੁਰ ਹਰਖ ਧਾਰ। ਸਿੱਖ ਦੀ ਇਹ ਗੱਲ ਸੁਣ ਕੇ ਮਹਾਰਾਜ ਕਲਗੀਧਰ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ। ਸਜੇ ਧਜੇ ਦਰਬਾਰ 'ਚ ਬੈਠੇ ਸਨ, ਸੰਗਤਾਂ ਦਰਸ਼ਨ ਕਰ ਰਹੀਆਂ ਸਨ। ਸਤਿਗੁਰੂ ਜੀ ਸਿੱਖ ਤੋਂ ਇਹ ਬਚਨ ਸੁਣ ਕੇ ਬਹੁਤ ਜ਼ਿਆਦਾ ਪ੍ਰਸੰਨ ਹੋਏ। ਧਨ ਧਨ ਖੜਗ ਕੇ ਤੈ ਉਚਾਰ। ਕਹਿੰਦੇ ਧਨ ਹੈ ਉਹ ਖੜਗ ਕੇਤ, ਧਨ ਖੜਗ ਕੇਤ, ਧਨ ਖੜਗ ਕੇਤ, ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਦੈ ਲਿਓ ਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਓ ਬਚਾਈ। ਖੜਗ ਕੇਤ ਨੂੰ ਨਮਸਕਾਰ ਕੀਤੀ ਹੈ ਕਿ ਵਾਹਿਗੁਰੂ ਤੂੰ ਧੰਨ ਹੈ, ਬਿਸਮਾਤ ਤੇਰੇ ਕੌਤਕ ਹਨ ਕਿ ਜਿਹੜੇ ਪੰਡਤ ਨੂੰ ਅਸੀਂ ਬੁਲਾਉਣਾ ਚਾਹੁੰਦੇ ਸੀ ਉਹ ਆਪੇ ਹੀ ਭੇਜ ਦਿੱਤਾ ਹੈ। ਸੇਵਕਾਨ ਕੇ ਕਰਤ ਕਾਜ। ਹੇ ਵਾਹਿਗੁਰੂ, ਹੇ ਪਰਮੇਸ਼ਰ, ਆਪਣੇ ਸੇਵਕਾਂ ਦੇ ਕੰਮ ਆਪ ਹੀ ਕਰਦਾ ਹੈ। ਆਪਣੇ ਸੇਵਕ ਹੀ ਆਪੇ ਰਾਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪੈ ਸੇਵਕ, ਤਤਕਾਲ ਹੋਏ ਆਵੈ। ਹਾਂਜੀ, ਘਟ ਘਟ ਵਿਆਪ ਰਾਜਾਨ ਰਾਜ। ਮਹਾਰਾਜ ਤੁਸੀਂ ਘਟ ਘਟ ਵਿੱਚ ਬਿਰਾਜਮਾਨ ਹੋ, ਰਾਜਿਆਂ ਦੇ ਰਾਜੇ ਹੋ, ਮਹਾਰਾਜਿਆਂ ਦੇ ਮਹਾਰਾਜੇ ਹੋ। ਹੇ ਅਕਾਲ ਪੁਰਖ ਜੀ, ਹਰ ਘਟ ਵਿੱਚ ਤੁਹਾਡਾ ਵਾਸਾ ਹੈ। ਅਨੇਕਾਂ ਖੇਡਾਂ ਖੇਡਦੇ ਹੋ, ਖੇਲ ਖੇਲ ਅਖੇਲ ਖੇਲਣ, ਅੰਤ ਕੋ ਫਿਰ ਏਕ, ਆਪ ਇੱਕੋ ਹੀ ਹੋ। ਪਰ ਇੱਕ ਹੋ ਕੇ ਵੀ ਆਪ ਜੀ ਅਨੇਕਾਂ ਹੀ ਲੀਲਾ ਕਰ ਰਹੇ ਹੋ ਵਾਹਿਗੁਰੂ ਜੀ। ਤਬ ਦਇਆ ਰਾਮ ਅਰ ਆਨੰਦ ਚੰਦ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਡਿਤ ਦਇਆ ਰਾਮ ਜੀ ਨੂੰ ਤੇ ਦੀਵਾਨ ਆਨੰਦ ਚੰਦ ਜੀ ਨੂੰ ਕੋਲ ਸੱਦਿਆ। ਨਿਜ ਢਿਗ ਹਕਾਰ ਕਰ ਕਹਿ ਮੁਕੰਦ। ਮੁਕਤੀ ਦਾਤੇ ਬਾਜਾਂ ਵਾਲੇ ਸਤਿਗੁਰੂ ਜੀ ਨੇ ਪੰਡਿਤ ਦਇਆ ਰਾਮ ਜੀ ਨੂੰ ਤੇ ਦੀਵਾਨ ਆਨੰਦ ਚੰਦ ਜੀ ਨੂੰ ਕੋਲ ਬੁਲਾ ਕੇ ਕਿਹਾ ਬਨਹਿ ਵਿਖੈ ਬਰ ਵਿਪਰ ਆਏ ਕਿ ਪੰਡਿਤ ਦਇਆ ਰਾਮ ਜੀ, ਦੀਵਾਨ ਆਨੰਦ ਚੰਦ ਜੀ ਬਾਹਰ ਬਾਗ ਦੇ ਵਿੱਚ, ਜਿੱਥੇ ਅੱਜ ਕੱਲ੍ਹ ਸ਼ਹੀਦੀ ਬਾਗ ਹੈ ਨਾ ਸਾਧ ਸੰਗਤ ਜੀ, ਇਹ ਗੁਰਦੁਆਰਾ ਸ਼ਹੀਦੀ ਬਾਗ, ਇਹ ਬਾਗ ਹੁੰਦਾ ਸੀ ਮਹਾਰਾਜ ਦਾ, ਬੜਾ ਵੱਡਾ ਬਾਗ ਸੀ। ਮਾਤਾ ਜੀਤੋ ਜੀ ਇੱਥੋਂ ਫੁੱਲਾਂ ਦੇ ਹਾਰ ਬਣਾ ਬਣਾ ਕੇ ਲਿਆ ਕੇ ਕਲਗੀਧਰ ਪਾਤਸ਼ਾਹ ਨੂੰ ਭੇਟਾ ਕਰਿਆ ਕਰਦੇ ਸਨ। ਬੜੀਆਂ ਸਾਖੀਆਂ ਇਸ ਬਾਗ ਨਾਲ ਜੁੜੀਆਂ ਹੋਈਆਂ ਨੇ। ਸ਼ਹੀਦੀ ਬਾਗ ਦੇ ਵਿੱਚ
ਇੱਕ ਕੇਸਵ ਦਾਸ ਨਾਮ ਦਾ ਪੰਡਤ ਉਤਰਿਆ ਹੈ। ਸਨਮਾਨ ਕਰੋ ਤਿਸ ਨਿਕਟ ਆਏ। ਮਹਾਰਾਜ ਕਹਿੰਦੇ ਪੰਡਤ ਦਇਆ ਰਾਮ ਜੀ ਤੁਸੀਂ ਜਾਓ, ਦੀਵਾਨ ਜੀ ਤੁਸੀਂ ਵੀ ਨਾਲ ਜਾਓ ਤੇ ਪੰਡਤ ਕੇਸਵ ਦਾਸ ਦਾ ਸਨਮਾਨ ਕਰੋ, ਸਤਿਕਾਰ ਕਰੋ, ਉਹਨਾਂ ਦੀ ਆਓ ਭਗਤ ਕਰੋ। ਸਭ ਖਾਨ ਪਾਨ ਤ੍ਰਿਣ ਲਗ ਜਿਤੇਕ। ਉਹਨਾਂ ਦੇ ਖਾਣ ਪਾਣ ਦਾ ਵਧੀਆ ਬੰਦੋਬਸਤ ਕਰੋ। ਉਹਨਾਂ ਦੇ ਨਾਲ ਜਿੰਨੇ ਘੋੜੇ ਹਨ, ਜਿੰਨੇ ਉਹਨਾਂ ਦੇ ਵਾਹਨ ਹਨ, ਉਹਨਾਂ ਸਾਰਿਆਂ ਦੇ ਘਾਹ ਪੱਠੇ ਦਾ ਬੰਦੋਬਸਤ ਕਰੋ। ਗੁਰ ਦੇਗ ਭਾਖ ਦੀ ਜੈ ਤਿਤੇਕ। ਗੁਰੂ ਦੀ ਦੇਗ ਵਿੱਚੋਂ, ਗੁਰੂ ਦੇ ਲੰਗਰ ਵਿੱਚੋਂ ਜੋ ਵੀ ਰਸਤ ਬਸਤ ਚਾਹੀਦੀ ਹੈ ਪੰਡਤ ਜੀ ਕੋਲ ਪਹੁੰਚਾਓ। ਜਿਸ ਤਰ੍ਹਾਂ ਦਾ ਵੀ ਭੋਜਨ ਪੰਡਤ ਜੀ ਪਸੰਦ ਕਰਦੇ ਹਨ ਉਹਨਾਂ ਨੂੰ ਛਕਾਓ। ਮਿਲੇ ਅਗਰ ਨਹਿ ਉਚਿਤ ਜਾਨ। ਕਹਿੰਦੇ ਜਿੰਨਾ ਚਿਰ ਮਿਲੇ ਨਹੀਂ ਉਹਨਾਂ ਚਿਰ ਅੱਗੇ ਜਾਣਾ ਉਚਿਤ ਨਹੀਂ ਜਾਣਿਆ। ਕਿਤ ਕੋ ਪਿਆਨ ਸਭ ਲੇਹੋ ਜਾਨ। ਹਾਂ, ਇਹ ਵੀ ਪਤਾ ਕਰ ਲਓ ਵੀ ਪੰਡਤ ਜੀ ਅੱਗੇ ਜਾਣਾ ਕਿੱਥੇ ਜਾਣਾ ਚਾਹੁੰਦੇ ਨੇ। ਸਾਨੂੰ ਬਿਨਾਂ ਮਿਲੇ ਤੇ ਨਾ ਜਾਣ, ਮਿਲ ਕੇ ਜਾਣ ਤਾਂ ਚੰਗਾ ਹੋਵੇਗਾ। ਤੇ ਤੁਸੀਂ ਉਹਨਾਂ ਦਾ ਸਤਿਕਾਰ ਮਾਣ ਕਰੋ ਕਿਉਂਕਿ ਗੁਰੂ ਕੀ ਨਗਰੀ 'ਚ ਆਏ ਹਨ। ਕਿਤ ਕੋ ਪਿਆਨ ਸਭ ਲੇਹੋ ਜਾਨ। ਔਰ ਕਿੱਧਰ ਜਾਣਾ ਉਹਨਾਂ ਨੇ ਅੱਗੇ ਇਹਦਾ ਵੀ ਪਤਾ ਕਰ ਲਵੋ। ਸੁਨ ਦੋ ਸਮਤ ਗਮਨੇ ਸਿਤਾਬ। ਦੋਵੇਂ ਸਿਆਣੇ ਪੰਡਤ ਦਇਆ ਰਾਮ ਜੀ, ਦੀਵਾਨ ਨੰਦ ਚੰਦ ਜੀ ਸਤਿਗੁਰਾਂ ਦਾ ਹੁਕਮ ਸੁਣ ਕੇ ਉਸੇ ਵੇਲੇ ਸ਼ਹੀਦੀ ਬਾਗ ਵੱਲ ਤੁਰ ਪਏ। ਜਹ ਆਪ ਸਹਿਤ ਉਪਬਨ ਅਜਾਬ। ਜਿੱਥੇ ਬੜਾ ਸੋਹਣਾ ਸੁੰਦਰ ਬਾਗ ਹੈ, ਭਾਂਤ ਭਾਂਤ ਦੇ ਫੁੱਲ ਲੱਗੇ ਹਨ, ਫਲ ਲੱਗੇ ਹਨ, ਬੜੇ ਸੁੰਦਰ ਦਰਖਤ ਲੱਗੇ ਹਨ, ਹਰਾ ਭਰਾ ਬਾਗ ਹੈ। ਪਿਖਿਓ ਬਿਪਰ ਬੈਠਿਓ ਸਮਾਨ। ਉੱਥੇ ਪੰਡਤ ਕੇਸਵ ਦਾਸ ਜੀ ਆਪਣੇ ਲਾਓ ਲਸ਼ਕਰ ਸਮੇਤ ਉਤਰੇ ਹੋਏ ਹਨ। ਉਹਨਾਂ ਦਾ ਰੱਥ, ਉਹਨਾਂ ਦੀ ਬੱਘੀ ਖੜੀ ਹੈ, ਬੱਘੀ ਦੇ ਵਿੱਚ ਉਹਨਾਂ ਦਾ ਸਮਾਨ ਹੈ, ਲਾਗੇ ਉਹਨਾਂ ਦੇ ਚੇਲੇ ਹਨ, ਸਾਰੇ ਆਪਣੇ ਆਪਣੇ ਪੂਜਾ ਪਾਠ ਵਿੱਚ ਲੱਗੇ ਹੋਏ ਬੈਠੇ ਹਨ। ਤਰ ਤਰੇ ਸਥੰਡਲ ਸ਼ੁਭ ਮਹਾਨ। ਸ਼ਹੀਦੀ ਬਾਗ ਦੇ ਵਿੱਚ ਇੱਕ ਥੜਾ ਹੈ, ਉਸ ਥੜੇ ਦੇ ਉੱਤੇ ਬੈਠੇ ਹਨ। ਮਨ ਪੰਜ ਮੋਦਕ ਧਰ ਅਗਰਤਾਹੇ। ਕਹਿੰਦੇ ਪੰਡਤ ਜੀ ਦੇ ਵਾਸਤੇ 5 ਮਣ ਲੱਡੂ ਪੰਡਤ ਦਇਆ ਰਾਮ ਜੀ ਲੈ ਕੇ ਗਏ ਹਨ। ਦੇਖੋ ਇਹ ਮਹਾਂਪੁਰਸ਼ਾਂ ਦੀ ਮਰਜ਼ਾਦਾ ਹੈ ਵੀ ਕਿਹੜੇ ਧਰਮ ਦਾ ਹੈ, ਉਹਦੀ ਕਿਵੇਂ ਸਤਿਕਾਰ ਕਰਨਾ, ਕਿਹੜੀ ਚੀਜ਼ ਨੂੰ ਪਸੰਦ ਕਰਦੇ। ਬਾਹਮਣ ਲੋਕ ਜ਼ਿਆਦਾ ਲੱਡੂ ਪੇੜੇ ਪਸੰਦ ਕਰਦੇ ਹੈ ਨਾ, ਖੁਸ਼ੀ ਨਾਲ ਛਕਦੇ ਆ, ਇਸ ਕਰਕੇ 5 ਮਣ ਲੱਡੂ ਉਹਨਾਂ ਦੇ ਅੱਗੇ ਜਾ ਰੱਖੇ ਹਨ। ਹਰ ਬੰਦ ਬੰਦਨਾ ਬੈਠ ਪਾਹੇ। ਕਿਉਂਕਿ ਉਹ ਕੱਲਾ ਪੰਡਤ ਤੇ ਨਹੀਂ ਸੀ ਆਇਆ, ਉਹਦੀ ਸੰਗਤ ਵੀ ਨਾਲ ਸੀ ਤੇ ਉਹਨੇ ਇਕੱਲੇ ਨੇ ਨਹੀਂ ਖਾਣੇ, ਉਹਦੇ ਕੋਲ ਹੋਰ ਵੀ ਜਿਹੜਾ ਆਵੇਗਾ ਉਹਨੂੰ ਵੀ ਛਕਾਵੇਗਾ। ਤੇ ਐਡੇ ਵੱਡੇ ਵਿਦਵਾਨ ਕੋਲ ਜਾਣਾ ਤੇ ਐਡੇ ਵੱਡੇ ਸਤਿਗੁਰਾਂ ਵੱਲੋਂ ਕੋਈ ਪਾਈਆ ਥੋੜਾ ਲੈ ਕੇ ਜਾਣੇ ਸੀ ਉੱਥੇ ਵੀ ਪਾਈਆ ਲੱਡੂ ਜਾ ਕੇ ਮੱਥਾ ਟੇਕਣੇ, ਨਹੀਂ, ਚੰਗੇ ਭਰ ਕੇ ਵੱਡੇ ਵੱਡੇ ਕੜਾਏ, ਵੱਡੇ ਵੱਡੇ ਪਦਾਰਥ ਭੇਟਾ ਕੀਤੇ ਹਨ। ਜਿਤ ਜੂ ਗੁਰੂ ਕੀ ਦੇਗ ਲੇਹੋ। ਤੇ ਰਸਤਾਂ ਬਸਤਾਂ ਲੰਗਰ ਦੀਆਂ ਹੋਰ ਵਸਤੂਆਂ ਮੇਵੇ ਅੱਗੇ ਰੱਖ ਕੇ ਆਖਿਆ ਪੰਡਤ ਜੀ ਇਹ ਗੁਰੂ ਕੀ ਦੇਗ ਹੈ, ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਲੰਗਰ ਹੈ, ਰੱਜ ਕੇ ਛਕੋ ਤੇ ਆਪਣੇ ਸਾਥੀਆਂ ਨੂੰ ਛਕਾਓ। ਸਭ ਰੰਗ ਰਾਵਲੇ ਖਾਤ ਇਹੋ। ਸਭ ਗਰੀਬ ਅਮੀਰ ਵੱਡੇ ਛੋਟੇ ਛਕਦੇ ਹਨ। ਇੱਥੇ ਅਟੁੱਟ ਭੰਡਾਰਾ ਵਰਤਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਪਵਿੱਤਰ ਨਗਰੀ ਹੈ ਜਿਨ੍ਹਾਂ ਨੇ ਤੁਹਾਡੇ ਧਰਮ ਪਿੱਛੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਹੈ। ਇਹ ਉਹ ਸਤਿਗੁਰੂ ਦਾ ਲੰਗਰ ਹੈ, ਰੱਜ ਕੇ ਛਕੋ। ਪਠਿਓ ਹਮੈ ਤੁਮ ਕਰਨ ਮਾਨ। ਪੰਡਤ ਜੀ ਤੁਹਾਡੇ ਕੋਲ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਭੇਜਿਆ, ਤੁਹਾਡਾ ਮਾਨ ਸਨਮਾਨ ਕਰਨ ਲਈ ਆਏ ਹਾਂ। ਇਸ ਦੇਸ਼ ਅਗਰ ਕਰ ਹੋ ਪਿਆਨ। ਤੇ ਗੁਰੂ ਸਾਹਿਬ ਜੀ ਨੇ ਪੁੱਛਿਆ ਹੈ ਕਿ ਪੰਡਤ ਜੀ ਅੱਗੇ ਕਿਹੜੇ ਦੇਸ਼ ਜਾਣਾ ਚਾਹੁੰਦੇ ਹਨ, ਕਿਧਰੋਂ ਆਏ ਹਨ ਤੇ ਕਿੱਧਰ ਜਾਣਗੇ। ਇਸ ਨਗਰ ਦੇਸ਼ ਰਾ ਵਰਨਿਕੇਤ। ਆਪ ਜੀ ਦਾ ਦੇਸ਼ ਕਿਹੜਾ ਹੈ, ਸ਼ਹਿਰ ਕਿਹੜਾ ਹੈ, ਪਿੰਡ ਕਿਹੜਾ ਹੈ, ਇਲਾਕਾ ਕਿਹੜਾ ਹੈ। ਪ੍ਰਸਥਾਨ ਕਰਨ ਕੋ ਕੌਣ ਹੇਤ। ਤੇ ਇਹ ਜਿਹੜੀ ਯਾਤਰਾ ਤੁਸੀਂ ਸ਼ੁਰੂ ਕੀਤੀ ਹੈ ਇਹਦਾ ਕੀ ਕਾਰਨ ਹੈ, ਇਹ ਵੀ ਕਿਰਪਾ ਕਰਕੇ ਦੱਸੋ। ਸੁਨ ਵਿਪਰ ਪਨਿਓ ਸ਼ਿਵ ਨਗਰ ਬੀਚ। ਆਖੋ ਸਤਨਾਮ ਸ੍ਰੀ। ਪੰਡਤ ਕੇਸ਼ਵ ਦਾਸ ਜੀ ਪੰਡਤ ਦਇਆ ਰਾਮ ਜੀ ਦਾ ਸਵਾਲ ਸੁਣ ਕੇ ਕਹਿੰਦੇ ਆ ਕਿ ਮੇਰਾ ਘਰ ਸ਼ਿਵਜੀ ਮਹਾਰਾਜ ਦੀ ਧਰਤੀ ਜੋ ਕਾਂਸ਼ੀ ਹੈ, ਸ਼ਿਵ ਕੀ ਪੁਰੀ ਬਸੈ ਬੁੱਧ ਸਾਰ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸ਼ਿਵ ਕੀ ਪੁਰੀ ਕਿਹਾ ਕਾਂਸ਼ੀ ਨੂੰ।
शिव जी ਦੇ ਮੰਦਰ ਹਨ। ਵਿਸ਼ਵਨਾਥ ਕਾਸ਼ੀ ਦੇ ਵਿੱਚ ਮੰਦਰ ਹੈ ਜੋ शिव जी ਭਗਵਾਨ ਦੀ ਬਣਾਈ ਹੋਈ ਪਵਿੱਤਰ ਨਗਰੀ ਬਨਾਰਸ ਹੈ। ਮੈਂ ਉੱਥੋਂ ਦਾ ਰਹਿਣ ਵਾਲਾ ਹਾਂ, ਘਰ ਤਹਾ ਮੋਖ ਜਹ ਊਚ ਨੀਚ, ਜਿੱਥੇ ਹਰ ਇੱਕ ਬੰਦੇ ਨੂੰ ਮੁਕਤੀ ਮਿਲਦੀ ਹੈ, ਊਚ ਨੀਚ ਦਾ ਕਲਿਆਣ ਹੁੰਦਾ ਹੈ। ਚਿਰਕਾਲ ਬੀਤਿਓ ਚਿਤ ਚਹਿਤ ਭੂਰ, ਮੇਰੇ ਮਨ ਵਿੱਚ ਬੜੇ ਚਿਰਾਂ ਦੀ ਇੱਕ ਲਾਲਸਾ ਸੀ, ਇੱਕ ਇੱਛਾ ਸੀ। ਕਈ ਸਾਲਾਂ ਤੋਂ ਮੈਂ ਸੋਚ ਰਿਹਾ ਸੀ ਜਵਾਲਾ ਸੁਮੁਖੀ ਪ੍ਰਸੰਨ ਜ਼ਰੂਰ, ਕਿ ਜਵਾਲਾਮੁਖੀ ਜਿਹੜੀ ਪਹਾੜਾਂ ਦੇ ਵਿੱਚ ਲਾਟਾਂ ਵਾਲੀ ਦੇਵੀ ਹੈ, ਉਹਦੇ ਦਰਸ਼ਨ ਜ਼ਰੂਰ ਕਰਨੇ ਹਨ। ਜੋ ਕਾਂਗੜੇ ਦੇ ਜ਼ਿਲ੍ਹੇ ਵਿੱਚ ਸਾਧ ਸੰਗਤ ਜੀ ਲਾਟਾਂ ਵਾਲੀ ਜਵਾਲਾ ਦੇਵੀ ਹੈ, ਜਵਾਲਾਮੁਖੀ ਕਹਿੰਦੇ, ਜਿਸ 'ਚੋਂ ਅਗਨੀ ਦੀਆਂ ਲਾਟਾਂ ਨਿਕਲਦੀਆਂ ਨੇ। ਉਹ ਸ਼ਕਤੀ ਅਕਾਲ ਪੁਰਖ ਪਰਮੇਸ਼ਰ ਦੀ, ਕਿਉਂਕਿ ਵੱਖੋ ਵੱਖ ਰੂਪਾਂ 'ਚ ਪ੍ਰਗਟ ਹੋ ਰਹੀ ਹੈ, ਤੇ ਉਹ ਜਿਹੜੀ ਸ਼ਕਤੀ ਲਾਟਾਂ ਵਾਲੀ ਹੈ, ਮੈਂ ਉਹਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਓ ਚਕਸੋ ਭਈ ਅਬ ਕੇ ਵਿਸਾਲ, ਤੇ ਐਤਕੀ ਅਚਾਨਕ ਹੀ ਮੇਰੀ ਇੱਛਾ ਜ਼ਿਆਦਾ ਤੀਬਰ ਹੋ ਗਈ ਵੀ ਉਮਰ ਲੰਘਦੀ ਜਾ ਰਹੀ ਹੈ, ਕਿਤੇ ਮਨ ਵਿੱਚ ਹੀ ਨਾ ਰਹਿ ਜਾਵੇ। ਚੱਲ ਮਨਾ ਇੱਕ ਵਾਰੀ ਹੌਸਲਾ ਕਰਕੇ, ਹਿੰਮਤ ਕਰਕੇ ਇਹ ਯਾਤਰਾ ਕਰੀਏ, ਕਿਉਂਕਿ ਯਾਤਰਾ ਕਰਨੀ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਘਰ ਦੇ ਕੰਮ ਛੱਡਣੇ, ਚੱਕਰਵਰਤੀ ਹੋ ਕੇ ਵਿਚਰਨਾ, ਤੀਰਥਾਂ 'ਤੇ ਜਾਣਾ, ਉਹਦੇ ਦਰਸ਼ਨ ਕਰਨੇ, ਨਾਮ ਜਪਣਾ, ਸੇਵਾ ਕਰਨੀ, ਸਿਮਰਨ ਕਰਨਾ, ਇਹ ਸੌਖਾ ਕੰਮ ਨਹੀਂ। ਇਹ ਮਹਾਰਾਜ ਗੁਰੂ ਨਾਨਕ ਦੇਵ ਜੀ ਕਰ ਸਕੇ ਹਨ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਵੀ ਯਾਤਰਾ ਕੀਤੀ ਹੈ। ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਤਰਾ ਬੜੀ ਵੱਡੀ ਹੈ ਤੀਰਥਾਂ ਦੀ। ਤੇ ਫਿਰ 10ਵੇਂ ਪਾਤਸ਼ਾਹ ਮਹਾਰਾਜ ਨੇ ਕੀਤੀ ਹੈ। ਪੰਡਿਤ ਕੇਸੋ ਦਾਸ ਕਹਿੰਦਾ, ਮਹਾਰਾਜ ਮਨ ਵਿੱਚ ਸੀਗਾ ਜਵਾਲਾਮੁਖੀ ਦੇ ਦਰਸ਼ਨ ਕਰਨ ਦਾ ਚਾਅ, ਪਰ ਕਈ ਸਾਲਾਂ ਤੋਂ ਘਰ ਦੇ ਕੰਮਾਂ ਕਰਕੇ ਨਿਕਲ ਨਹੀਂ ਸਕਿਆ ਸੀ। ਐਤਕੀ ਹੌਸਲਾ ਕੀਤਾ ਵੀ ਚੱਲ ਕੇ ਜਵਾਲਾਮੁਖੀ ਦੇ ਦਰਸ਼ਨ ਪਰਸ਼ਨ ਕਰਕੇ ਆਈਏ। ਬਿਨ ਇਛ ਤਿਆਰ ਭੇ ਲੋਕ ਜਾਲ, ਮਹਾਰਾਜ ਬਿਨਾਂ ਇੱਛਾ ਦੇ ਹੀ ਪਰਮਾਤਮਾ ਨੇ ਸਾਰਿਆਂ ਦੇ ਮਨ 'ਚ ਇੱਛਾ ਪੈਦਾ ਕਰ ਦਿੱਤੀ। ਮੈਂ ਇਕੱਲਾ ਨਹੀਂ, ਬਨਾਰਸ ਤੋਂ ਸੈਂਕੜੇ ਲੋਕ ਮੇਰੇ ਨਾਲ ਆ ਗਏ ਹਨ। ਮਹਿਮਾ ਹਮੈ ਸੋ ਗੁਰ ਕੀ ਸੁਨੰਤ, ਤੇ ਉੱਥੇ ਬਨਾਰਸ ਵਿੱਚ ਵਿਦਵਾਨ ਲੋਕ, ਗੁਣੀ ਲੋਕ, ਪੰਡਿਤ ਲੋਕ ਗੁਰੂ ਮਹਾਰਾਜ ਕਲਗੀਧਰ ਜੀ ਦੀ ਮਹਿਮਾ ਬਿਆਨ ਕਰਦੇ ਰਹਿੰਦੇ ਹਨ। ਮੈਂ ਕਈ ਲੋਕਾਂ ਤੋਂ, ਗੁਣੀਆਂ ਤੋਂ, ਕਵੀਆਂ ਤੋਂ, ਵਿਦਵਾਨਾਂ ਤੋਂ ਸੁਣਦਾ ਰਹਿੰਦਾ ਹਾਂ। ਨਿਤ ਦੇਤ ਦਾਨ ਕੀਰਤ ਲਹੰਤ, ਇਹ ਵੀ ਸੁਣਿਆ ਵੀ ਗੁਰੂ ਗੋਬਿੰਦ ਸਿੰਘ ਜਦੋਂ ਕਿਸੇ ਨੂੰ ਦਾਨ ਦਿੰਦੇ ਨੇ ਤੇ ਉਹਨੂੰ ਦੁਬਾਰਾ ਕਿਸੇ ਦੂਜੇ ਤੋਂ ਮੰਗਣ ਦੀ ਲੋੜ ਨਹੀਂ ਰਹਿੰਦੀ। ਰੀਝ ਕੈ ਦਾਨ ਦਿਓ ਜਿਨ ਕੋ, ਤਿਨ ਮੰਗਣ ਕੋ ਨਾ ਕਹੂੰ ਮਨ ਕੀਨੋ। ਜਿਹਨੂੰ ਗੁਰੂ ਕਲਗੀਆਂ ਵਾਲਾ ਦਾਨ ਦਿੰਦਾ ਹੈ, ਇੰਨਾ ਦੇ ਦਿੰਦਾ ਇੱਕੋ ਵਾਰੀ ਕਿ ਦੁਬਾਰਾ ਉਸ ਬੰਦੇ ਨੂੰ ਕਿਤੇ ਹੱਥ ਅੱਡਣ ਦੀ, ਕੋਈ ਮੰਗਣ ਦੀ ਲੋੜ ਨਹੀਂ ਰਹਿੰਦੀ। ਅਬ ਆਨ ਭਇਓ ਤਿਨ ਨਗਰ ਡੇਰ, ਤੇ ਮੈਂ ਤੁਰਦਾ ਤੁਰਦਾ ਅੱਜ ਅਨੰਦਪੁਰ ਸਾਹਿਬ ਆ ਗਿਆ। ਗੁਰੂ ਕਲਗੀਧਰ ਦੇ ਨਗਰ 'ਚ ਮੇਰਾ ਡੇਰਾ ਪਿਆ ਹੈ। ਮਿਲ ਕਰ ਕਿਰਪਾਲ ਗਮਨੈ ਸੋ ਫੇਰ, ਇੱਕ ਵਾਰੀ ਕਿਰਪਾਲੂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਾਂਗਾ, ਉਹਨਾਂ ਦੇ ਦਰਸ਼ਨ ਕਰਕੇ ਫਿਰ ਜਵਾਲਾਮੁਖੀ ਦੇ ਦਰਸ਼ਨਾਂ ਲਈ ਜਾਵਾਂਗਾ। ਅਮਰੋ ਬਖਾਨ ਆਸ਼ੀਰਵਾਦ, ਮੇਰੇ ਵੱਲੋਂ ਗੁਰੂ ਜੀ ਨੂੰ ਆਸ਼ੀਰਵਾਦ ਦੇਣਾ, ਕਹਿਣਾ ਕਿ ਉਹਨਾਂ ਦਾ ਪ੍ਰਤਾਪ ਵੱਧਦਾ ਰਵੇ, ਕਿਉਂਕਿ ਬ੍ਰਾਹਮਣ ਲੋਕ ਜਿਹੜੇ ਸਨ ਉਸ ਵੇਲੇ ਛਤਰੀਆਂ ਨੂੰ ਆਸ਼ੀਰਵਾਦ ਦਿੰਦੇ ਹੁੰਦੇ ਸਨ। ਇਹਦੇ ਵਿੱਚ ਸਾਧ ਸੰਗਤ ਜੀ ਇਹ ਨਹੀਂ ਸਮਝ ਲੈਣਾ ਵੀ ਉਹ ਬ੍ਰਾਹਮਣ ਗੁਰੂ ਸਾਹਿਬ ਨੂੰ ਆਸ਼ੀਰਵਾਦ ਦੇਣ ਵਾਲਾ ਕੌਣ ਹੁੰਦਾ। ਕਈ ਸਮਾਜਿਕ ਰੀਤਾਂ ਹੁੰਦੀਆਂ ਨੇ ਜਿਹੜੀਆਂ ਸਮੇਂ ਨਾਲ ਬਦਲ ਵੀ ਜਾਂਦੀਆਂ ਨੇ। ਅੱਜ ਗੁਰੂ ਸਾਹਿਬ ਨੂੰ ਸਾਰੇ ਬ੍ਰਾਹਮਣ ਨਮਸਕਾਰ ਕਰਦੇ ਆ। ਨਮਸਕਾਰ ਉਦੋਂ ਵੀ ਕਰਦੇ ਸਨ, ਮੱਥਾ ਵੀ ਟੇਕਦੇ ਸਨ, ਤੇ ਆਪਣੇ ਬ੍ਰਾਹਮਣ ਪੁਣੇ ਕਰਕੇ ਗੁਰੂ ਸਾਹਿਬ ਨੂੰ ਛਤਰੀ ਸਮਝ ਕੇ, ਉਹਨਾਂ ਨੂੰ ਰਾਜਾ ਸਮਝ ਕੇ ਆਸ਼ੀਰਵਾਦ ਵੀ ਦਿੰਦੇ ਸਨ। ਇਸ ਤਰ੍ਹਾਂ ਦਾ ਸੀਗਾ ਚਾਲ ਚੱਲਣ ਮਰਜ਼ਾਦਾ ਸਮਾਜ ਦੀ। ਸੋ ਪੰਡਿਤ ਕਹਿੰਦਾ ਮੇਰੇ ਵੱਲੋਂ ਗੁਰੂ ਜੀ ਨੂੰ ਆਸ਼ੀਰਵਾਦ ਦੇਣਾ। ਮਿਲੋ ਆਨ ਜਬ ਕਰਹਿ ਯਾਦ, ਜਦੋਂ ਮਹਾਰਾਜ ਗੁਰੂ ਕਲਗੀਧਰ ਜੀ ਬਾਜਾਂ ਵਾਲੇ ਸਤਿਗੁਰੂ ਯਾਦ ਕਰਨਗੇ, ਮੈਂ ਆ ਕੇ ਮਿਲਾਂਗਾ। ਉਹਨਾਂ ਨੂੰ ਬੇਨਤੀ ਕਰੋ ਮੈਨੂੰ ਦਰਸ਼ਨਾਂ ਦਾ ਮੌਕਾ ਜ਼ਰੂਰ ਦੇਣ। ਸੁਣ ਦਇਆ ਰਾਮ ਅਰ ਆਨੰਦ ਚੰਦ, ਪੰਡਿਤ ਕੇਸੋ ਦਾਸ ਦੇ ਬਚਨ ਸੁਣ ਕੇ ਪੰਡਿਤ ਦਇਆ ਰਾਮ ਜੀ ਤੇ ਦੀਵਾਨ ਆਨੰਦ ਚੰਦ ਜੀ ਸਭ ਭਨੀ ਗਾਥ ਟਿਕ ਗਏ ਮੁਕੰਦ, ਸਾਰੀ ਗੱਲ 10ਵੇਂ ਪਾਤਸ਼ਾਹ ਨੂੰ ਜਾ ਦੱਸੀ। ਕਹਿਓ ਫੇਰ ਸੁਧ ਲਿਹੋ ਸਰਬ, ਮਹਾਰਾਜ ਨੇ ਫੇਰ ਆਖਿਆ ਕਿ ਦਇਆ ਰਾਮ ਜੀ, ਆਨੰਦ ਚੰਦ ਜੀ, ਤੁਸੀਂ ਪੰਡਿਤ ਕੇਸਵ ਦਾਸ ਦੀ ਖਬਰਸਾਰ ਲੈਂਦੇ ਰਹਿਣਾ ਹੈ। ਉਹਨਾਂ ਨੂੰ ਜਾ ਕੇ ਪੁੱਛੋ ਵੀ ਕੋਈ ਖਾਸ ਛਕਣ ਵਾਸਤੇ ਪਦਾਰਥ ਬਣਾਉਣਾ, ਰਹਿਣ ਵਾਸਤੇ ਕਿੱਦਾਂ ਦਾ ਤੁਹਾਨੂੰ ਬੰਦੋਬਸਤ ਚਾਹੀਦਾ,
ਜੋ ਵੀ ਕਹਿਣ ਉਹ ਉਦਾਂ ਦਾ ਬੰਦੋਬਸਤ ਕਰਕੇ ਦਿਓ। ਸਹਿ ਵਿਦਿਆ ਗੁਣੀ ਕਹਿ ਹੋਤ ਗਰਬ। ਕਿਉਂਕਿ ਜਿਹੜੇ ਵਿਦਵਾਨ ਲੋਕ ਹੁੰਦੇ ਨੇ, ਗੁਣੀ ਲੋਕ ਹੁੰਦੇ ਨੇ ਨਾ, ਇਹਨਾਂ 'ਚ ਵਿਦਿਆ ਦਾ ਮਾਣ ਵੀ ਹੁੰਦਾ, ਗਰਬ ਹੁੰਦਾ, ਹੰਕਾਰ ਹੁੰਦਾ। ਤੇ ਜੇਕਰ ਇਹਨਾਂ ਦਾ ਮਾਣ ਨਾ ਕਰੀਏ ਤੇ ਫਿਰ ਰੁੱਸ ਜਾਂਦੇ ਆ। ਬੜੀ ਛੇਤੀ ਇਹਨਾਂ ਦਾ ਜਿਹੜਾ ਪਾਰਾ ਹਾਈ ਹੋ ਜਾਂਦਾ, ਖਾਸ ਕਰਕੇ ਪੰਡਤਾਂ ਦਾ, ਕਾਸ਼ੀ ਤੋਂ ਪੜ੍ਹੇ ਹੋਏ ਲੋਕਾਂ ਦਾ ਮਾਣ ਹੰਕਾਰ ਵੀ ਬੜਾ ਸਿਖਰ 'ਤੇ ਹੁੰਦਾ। ਮਹਾਰਾਜ ਕਹਿੰਦੇ ਇਹਨਾਂ ਦੇ ਨਾਲ ਉੱਦਾਂ ਹੀ ਵਰਤਣਾ ਪੈਂਦਾ। ਦੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਦੀ ਸਰਬੱਗਤਾ ਕਿੰਨੀ ਹੈ, ਕਿੰਨੀ ਬਰੀਕੀ ਨਾਲ ਹਰ ਗੱਲ ਨੂੰ ਨੋਟ ਕਰਦੇ ਆ ਸਾਧ ਸੰਗਤ ਜੀ। ਸਾਡੇ ਵਰਗੇ ਮੋਟੇ ਦਿਮਾਗ ਵਾਲਿਆਂ ਨੂੰ ਇਹ ਗੱਲਾਂ ਨਹੀਂ ਯਾਦ ਰਹਿੰਦੀਆਂ। ਬਾਜਾਂ ਵਾਲੇ ਸਤਿਗੁਰੂ ਕਹਿ ਰਹੇ ਵੀ ਜਿਹੜੇ ਗੁਣੀ ਹੁੰਦੇ ਆ, ਵਿਦਵਾਨ ਹੁੰਦੇ ਆ, ਇਹਨਾਂ 'ਚ ਉਹਦਾ ਮਾਣ ਵੀ ਹੁੰਦਾ। ਤੇ ਜੇ ਮਾਣ ਹੁੰਦਾ ਤੇ ਫਿਰ ਉਹ ਮਾਣ ਨਾ ਕੋਈ ਕਾਇਮ ਰੱਖੇ ਤਾਂ ਫਿਰ ਇਹ ਰੁੱਸ ਜਾਂਦੇ ਆ। ਇਸ ਕਰਕੇ ਪੰਡਤਾਂ ਦਾ, ਵਿਦਵਾਨਾਂ ਦਾ, ਰਾਗੀਆਂ, ਢਾਡੀਆਂ, ਗੁਣੀਆਂ, ਗਿਆਨੀਆਂ ਦਾ ਸਨਮਾਨ ਚਾਹੀਦਾ ਹੈ। ਤੇ ਸਾਧ ਸੰਗਤ ਜੀ, ਐਸਾ ਵੀ ਵਿਦਵਾਨਾਂ ਨੇ ਲਿਖਿਆ ਵੀ ਜਿਹੜੇ ਤਾਂ ਉੱਤਮ ਗੁਣੀ ਹੁੰਦੇ ਨੇ ਉਹ ਤਾਂ ਸਿਰਫ ਮਾਣ ਹੀ ਚਾਹੁੰਦੇ ਨੇ। ਜਿਹੜੇ ਮੱਧਮ ਹੁੰਦੇ ਨੇ ਮਾਣ ਦੇ ਨਾਲ ਪੈਸਾ ਵੀ ਚਾਹੁੰਦੇ ਨੇ। ਜਿਹੜੇ ਥੱਲੇ ਤੀਜੇ ਦਰਜੇ ਵਾਲੇ ਹੁੰਦੇ ਨੇ ਸਿਰਫ ਪੈਸਾ ਹੀ ਚਾਹੁੰਦੇ ਨੇ, ਮਾਣ ਮੂਣ ਦੀ ਉਹਨਾਂ ਨੂੰ ਕੋਈ ਨਹੀਂ ਹੁੰਦੀ। ਪਰ ਜਿਹੜੇ ਉੱਤਮ ਪੁਰਸ਼ ਹੁੰਦੇ ਨੇ, ਉੱਤਮ ਮਾਣ ਸਤਿਕਾਰ ਨਾਲ ਕੋਈ ਬੁਲਾ ਦੇਵੇ, ਕੋਈ ਭਾਵੇਂ ਫੋਕਾ ਪਾਣੀ ਪਿਆ ਦੇਵੇ, ਆਓ ਪੰਡਿਤ ਜੀ ਬੈਠੋ, ਜੀ ਆਇਆਂ ਨੂੰ, ਉਹ ਬੰਦੇ ਜਿਹੜੇ ਚੰਗੇ ਹੁੰਦੇ ਨੇ, ਉੱਤਮ ਪੁਰਸ਼ ਹੁੰਦੇ ਨੇ, ਉਹ ਕਹਿੰਦੇ ਵੀ ਇਹਨੇ ਸਾਡਾ ਸਤਿਕਾਰ ਕੀਤਾ। ਭਾਵੇਂ ਪਾਣੀ ਪਿਆ, ਵਿਚਾਰਾ ਗਰੀਬ ਹੈ ਤਾਂ ਕੋਈ ਗੱਲ ਨਹੀਂ, ਪਰ ਉਹ 'ਤੇ ਖੁਸ਼ ਹੁੰਦੇ ਨੇ। ਤੇ ਜਿਹੜੇ ਹੁੰਦੇ ਨੇ ਮੱਧਮ ਦਰਜੇ ਦੇ, ਉਹ ਕਹਿੰਦੇ ਮਾਣ ਤਾਂ ਮਿਲਿਆ, ਨਾਲ ਕੁਝ ਧਨ ਵੀ ਮਿਲੇ ਨਾ, ਫੇਰ ਗੱਲ ਬਣਨੀ ਹੈ। ਉਹ ਦੋਵੇਂ ਚਾਹੁੰਦੇ ਨੇ। ਤੇ ਜਿਹੜੇ ਤੀਜੇ ਦਰਜੇ ਦੇ ਹੁੰਦੇ ਨੇ, ਉਹ ਕਹਿੰਦੇ ਪੈਸੇ ਦਿਓ, ਭਾਵੇਂ ਸਾਨੂੰ ਜੁੱਤੀਆਂ ਹੀ ਮਾਰ ਲਓ। ਸੋ ਸਾਧ ਸੰਗਤ ਜੀ, ਅਸਲ ਜਿਹੜੇ ਗੁਣੀ ਹੁੰਦੇ ਨੇ ਨਾ, ਉਹਨਾਂ ਦੇ ਵਿੱਚ ਇਹ ਗੱਲ ਹੁੰਦੀ, ਉਹ ਮਾਣ ਚਾਹੁੰਦੇ ਨੇ। ਮਹਾਰਾਜ ਕਹਿੰਦੇ ਇਹ ਵਿਦਵਾਨ ਲੋਕ ਨੇ, ਇਹ ਗੁਣੀ ਲੋਕ ਨੇ, ਇਹਨਾਂ ਦਾ ਸਤਿਕਾਰ ਕਰਨਾ ਬਣਦਾ ਹੈ। ਸੁਣ ਕੇ ਦੀਵਾਨ ਸਭ ਕਿਛ ਪਹੁੰਚਾਏ। ਇਹ ਸੁਣ ਕੇ ਪੰਡਿਤ ਦਇਆ ਰਾਮ ਜੀ ਤੇ ਦੀਵਾਨ ਆਨੰਦ ਚੰਦ ਜੀ ਨੇ ਸਾਰਾ ਸਾਜੋ ਸਮਾਨ ਕੇਸ਼ਵ ਦਾਸ ਦਾ ਸ਼ਹੀਦੀ ਬਾਗ ਵਿੱਚ ਹੀ ਭੇਜ ਦਿੱਤਾ। ਵਾਂਛਤ ਜੇ ਵਸਤ ਜੋ ਜੋ ਬਤਾਏ। ਜਿਹੜੀਆਂ ਜਿਹੜੀਆਂ ਚੀਜ਼ਾਂ ਉਹਨੂੰ ਚਾਹੀਦੀਆਂ ਸਨ ਉਹ ਪਹੁੰਚਾ ਦਿੱਤੀਆਂ। ਦਿਨ ਗਇਓ ਬੀਤ ਰਹਿ ਜਾਮ ਏਕ। ਕਹਿੰਦੇ ਦਿਨ ਸਾਰਾ ਬੀਤ ਗਿਆ ਤੇ ਸ਼ਾਮ ਦਾ ਟਾਈਮ ਹੋ ਗਿਆ, 4 ਵੱਜ ਗਏ, ਇੱਕ ਪਹਿਰ ਦਿਨ ਬਾਕੀ ਰਹਿ ਗਿਆ। ਕੁਛ ਕਰ ਆਰਾਮ ਸਾਗਰ ਵਿਵੇਕ। ਵਿਵੇਕ ਦੇ ਸਮੁੰਦਰ ਕਲਗੀਆਂ ਵਾਲੇ ਪਾਤਸ਼ਾਹ ਦੁਪਹਿਰ ਕੁਝ ਸਮਾਂ ਆਰਾਮ ਕਰਿਆ ਕਰਦੇ ਸਨ, ਘੰਟਾ ਅੱਧਾ ਘੰਟਾ ਸੁੱਖ ਲੈਂਦੇ ਸਨ। ਸੁੱਖਾ ਅਫੀਮ ਛਕ ਸੋਚ ਠਾਨ। ਤੀਜੇ ਪਹਿਰ ਦੀਆਂ ਦੇਗਾਂ ਛਕ ਕੇ ਤੇ ਸੋਚਾਚਾਰ ਕੀਤਾ ਹੈ। ਕਾਲ ਬਹਰ ਕਰ ਕੈ ਇਸ਼ਨਾਨ। ਫਿਰ ਇਸ਼ਨਾਨ ਕੀਤਾ ਸਤਿਗੁਰੂ ਜੀ ਨੇ ਦੁਪਹਿਰ ਤੋਂ ਬਾਅਦ। ਤਨ ਬਸਤਰ ਸ਼ਸਤਰ ਕੋ ਪਹਿਰ ਲੀਨ। ਫਿਰ ਨਵੇਂ ਬਸਤਰ ਸ਼ਸਤਰ ਪਹਿਨੇ ਹਨ। ਕਲਗੀ ਸੋਜੀਗਾ ਸਿਰ ਧਰਨ ਕੀਨ। ਕਲਗੀ ਜਿਗਾ ਸੀਸ ਤੇ ਸਜਾਈ ਹੈ। ਮੰਦਰ ਸਵਰਨ ਮੁਕਰ ਨਜ਼ਰ ਆਏ। ਤੇ ਬੜਾ ਸੋਹਣਾ ਸੋਨੇ ਦਾ ਕਮਰਾ ਸੀਗਾ, ਜਿਹਦੇ 'ਚ ਸ਼ੀਸ਼ੇ ਦੀ ਕਢਾਈ ਕੱਢੀ ਹੋਈ ਸੀ, ਸ਼ੀਸ਼ੇ ਲਾਏ ਹੋਏ ਸਨ, ਸੋਨਾ ਲਾਇਆ ਹੋਇਆ ਸੀ। ਬੜਾ ਸੁੰਦਰ ਬੰਗਲਾ ਸੀ ਸਤਿਗੁਰਾਂ ਦਾ। ਤੇ ਹੇਮ ਸਿੰਘਾਸਣ ਕੋ ਡਸਾਏ। ਉਹਦੇ ਵਿੱਚ ਸੋਨੇ ਦਾ ਸਿੰਘਾਸਣ ਸੀਗਾ, ਸੋਨੇ ਦਾ ਪਲੰਗ ਡਾਇਆ ਗਿਆ ਹੈ। ਸਿਤ ਆਸ ਤਰਨ ਬੰਧਾਨ ਕੀਨ। ਤੇ ਚਿੱਟਾ ਬਿਸਤਰਾ ਉੱਤੇ ਵਿਛਾ ਕੇ ਤੇ ਉਹਨੂੰ ਕੱਸ ਕੇ ਲੜੀਆਂ ਉਹਦੀਆਂ ਖਿੱਚ ਕੇ ਤਣੀਆਂ ਤੇ ਬਿਸਤਰਾ ਸਾਫ ਸੁਥਰਾ ਤਿਆਰ ਕੀਤਾ ਪਾਤਸ਼ਾਹ ਵਾਸਤੇ। ਰੇਸ਼ਮ ਸਡੋਰ ਗੁੰਫਾਨ ਪੀਨ। ਰੇਸ਼ਮ ਦੀਆਂ ਡੋਰਾਂ ਮਜ਼ਬੂਤ ਉਹਦੇ ਨਾਲ ਕੱਸਿਆ ਗਿਆ ਹੈ। ਇਸ ਪਰ ਬਿਰਾਜ ਕਰੁਣਾ ਨਿਧਾਨ। ਮਹਾਰਾਜ ਕਲਗੀਧਰ ਪਾਤਸ਼ਾਹ ਉਹ ਸੋਹਣੇ ਪਲੰਗ ਤੇ ਬਿਰਾਜੇ ਨੇ। ਸਭ ਥੀ ਰੇਸ਼ਮੀ ਪੀ ਨਿਕਟ ਆਨ। ਤੇ ਜਿੰਨੇ ਵੀ ਮਹਾਰਾਜ ਦੇ ਨਿਕਟ ਵਰਤੀ ਨੇ ਉਹ ਸਾਰੇ ਗੁਰੂ ਸਾਹਿਬ ਦੇ ਕੋਲ ਆ ਕੇ ਖੜ ਗਏ ਨੇ। ਗੁਣਵਾਨ ਚਤੁਰ ਕਵ ਬੁੱਧਵੰਤ। ਉਹਨਾਂ ਵਿੱਚ ਬੜੇ ਬੜੇ ਗੁਣੀ ਨੇ, ਵਿਦਵਾਨ ਨੇ, ਪੰਡਤ ਨੇ, ਕਵੀ ਨੇ, ਢਾਡੀ ਨੇ, ਰਾਗੀ ਨੇ, ਭਾਂਤ ਭਾਂਤ ਦੀ ਵੱਖ-ਵੱਖ ਵਿਦਿਆ ਦੇ ਐਕਸਪਰਟ ਨੇ। ਕੋਈ ਸ਼ਾਸਤਰ ਵਿਦਿਆ ਦਾ ਹੈ, ਕੋਈ ਸ਼ਸਤਰ ਵਿਦਿਆ ਦਾ ਹੈ, ਕੋਈ ਸੰਗੀਤ ਵਿਦਿਆ ਦਾ ਹੈ, ਕੋਈ ਕਾਵ ਵਿਦਿਆ ਦਾ ਹੈ, ਕੋਈ ਨਿਰੁਕਤ ਦਾ ਹੈ। ਜਿੱਦਾਂ ਦੀ ਵਿਦਿਆ ਹੈ ਨਾ ਭਾਂਤ ਭਾਂਤ ਦੀ, ਉਹ ਸਾਰੀਆਂ ਵਿਦਿਆ ਦੇ ਨਿਪੁੰਨ ਲੋਕ, ਗੁਣੀ ਲੋਕ ਸ੍ਰੀ ਕਲਗੀਧਰ ਪਾਤਸ਼ਾਹ ਦੇ ਦਰਬਾਰ 'ਚ ਆ ਬੈਠੇ ਨੇ। ਜੋ ਲਖੈ ਭੇਦ ਬੜ ਗਿਆਤਵੰਤ। ਜਿਹੜੇ ਬੜੇ ਗਿਆਨੀ ਨੇ ਔਰ ਸਾਰਾ ਭੇਦ ਜਾਣਦੇ ਨੇ। ਤਬ ਦਇਆ ਰਾਮ ਕੋ ਢਿਗ ਬੁਲਾਏ। ਤਾਂ ਸ੍ਰੀ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ
ਪੰਡਤ ਦਇਆ ਰਾਮ ਜੀ ਨੂੰ ਆਪਣੇ ਕੋਲ ਸੱਦਿਆ ਹੈ। ਨਿਜ ਲਿਆਓ ਜਾਓ ਨਹਿ ਬਿਲ ਮਲਾਏ। ਪੰਡਤ ਦਇਆ ਰਾਮ ਜੀ ਗੁਰੂ ਘਰ ਦੇ ਪ੍ਰੋਹਤ ਹਨ। ਸਤਿਗੁਰੂ ਜੀ ਨੇ ਕਿਹਾ, ਪੰਡਤ ਦਇਆ ਰਾਮ ਜੀ ਤੁਸੀਂ ਜਾਓ ਤੇ ਕੇਸ਼ਵ ਦਾਸ ਪੰਡਤ ਨੂੰ ਬੜੇ ਸਤਿਕਾਰ ਨਾਲ ਲੈ ਕੇ ਆਓ। ਹੁਕਮ ਗਇਓ ਅਸਵਾਰ ਹੋਏ। ਪੰਡਤ ਦਇਆ ਰਾਮ ਜੀ ਉਸੇ ਵੇਲੇ ਘੋੜੇ ਤੇ ਸਵਾਰ ਹੋ ਕੇ ਛੇਤੀ ਨਾਲ ਸ਼ਹੀਦ ਬਾਗ ਵੱਲ ਤੁਰ ਪਏ ਨੇ। ਇਸ ਨਿਕਟ ਜਾਏ ਕਹਿ ਬਾਕ ਸੋਏ। ਬਾਗ ਵਿੱਚ ਜਾ ਕੇ ਪੰਡਤ ਕੇਸ਼ਵ ਦਾਸ ਨੂੰ ਮਿਲੇ ਨੇ ਤੇ ਉਸ ਨੂੰ ਆਖਿਆ ਹੈ ਗੁਰ ਕਰਤ ਯਾਦ ਚਲੀਐ ਹਜੂਰ। ਕਿ ਪੰਡਤ ਜੀ ਆਪ ਜੀ ਨੂੰ ਮਹਾਰਾਜ 10ਵੇਂ ਪਾਤਸ਼ਾਹ ਯਾਦ ਕਰ ਰਹੇ ਨੇ, ਦਰਸ਼ਨ ਕਰਨੇ ਹਨ ਤਾਂ ਆਪ ਹੁਣ ਚੱਲ ਕੇ ਦਰਸ਼ਨ ਕਰੋ। ਤਤਕਾਲ ਚੜਿਓ ਸੁਨ ਬਹਿਲ ਰੂਰ। ਕਹਿੰਦੇ ਉਸੇ ਵੇਲੇ ਹੀ ਪੰਡਤ ਕੇਸ਼ਵ ਦਾਸ ਪਹਿਲਾਂ ਹੀ ਤਿਆਰ ਹੋ ਕੇ ਬੈਠਾ ਸੀ। ਉਹਨੂੰ ਪਤਾ ਸੀ ਗੁਰੂ ਸਾਹਿਬ ਵੱਲੋਂ ਸੱਦਾ ਆਉਣਾ ਤੇ ਮੈਂ ਜਾਣਾ ਹੈ। ਉਸੇ ਵੇਲੇ ਆਪਣੀ ਗੜਬਹਿਲ ਤੇ ਬਹਿ ਕੇ ਤੁਰ ਪਿਆ ਹੈ। ਆਇਓ ਸਮੀਪ ਨਰ ਕਿਤਕ ਸਾਥ। ਔਰ ਕੁਝ ਬੰਦੇ ਵਿਦਵਾਨ ਗੁਣੀ ਆਪਣੇ ਚੇਲੇ ਨਾਲ ਲੈ ਕੇ ਆਇਆ ਹੈ ਪਟ ਆਸ਼ਿਕ ਸ਼੍ਰੀ ਫਲ ਲੀਨ ਹਾਥ। ਤੇ ਹੱਥ ਵਿੱਚ ਇੱਕ ਨਾਰੀਅਲ ਤੇ 5 ਪੈਸੇ ਵੀ ਲੈ ਕੇ ਆਇਆ ਹੈ। ਇਹ ਸ੍ਰੀ ਫਲ ਸਾਰੇ ਜਿੰਨੇ ਫਲ ਨੇ ਨਾ ਦੁਨੀਆ ਦੇ, ਇਹਨਾਂ ਚੋਂ ਸ੍ਰੀ ਸ਼੍ਰੋਮਣੀ ਨਾਰੀਅਲ ਨੂੰ ਮੰਨੇ। ਇੱਕ ਤਾਂ ਉੱਚੀ ਥਾਂ ਤੇ ਰਹਿੰਦਾ, ਸਾਰਿਆਂ ਤੋਂ ਉੱਚੀ ਥਾਂ ਤੇ ਲੱਗਦਾ। ਇੱਕ ਸਾਧ ਸੰਗਤ ਜੀ ਇਹ ਬਾਹਰੋਂ ਸਖਤ ਤੇ ਅੰਦਰੋਂ ਨਰਮ ਹੁੰਦਾ। ਜਿਹੜੇ ਚੰਗੇ ਬੰਦੇ ਹੁੰਦੇ ਨਾ ਬਾਹਰੋਂ ਸਖਤ ਹੁੰਦੇ, ਕਰੜੇ ਹੁੰਦੇ, ਅੰਦਰੋਂ ਦਇਆਵਾਨ ਹੁੰਦੇ ਆ, ਕੋਮਲ ਹੁੰਦੇ। ਜਿਹੜੇ ਸਾਧ ਸੰਗਤ ਜੀ ਬੰਦੇ ਮਾੜੇ ਹੁੰਦੇ ਆ ਨਾ, ਬਾਹਰੋਂ ਤੇ ਬੇਰ ਦੀ ਤਰ੍ਹਾਂ ਬੜੇ ਨਰਮ ਹੁੰਦੇ, ਅੰਦਰੋਂ ਗਿਟਕ ਬੜੀ ਸਖਤ ਹੁੰਦੀ ਹੈ, ਅੰਦਰੋਂ ਬੜੀ ਗੰਢ ਬੰਨੀ ਹੁੰਦੀ। ਬਾਹਰੋਂ ਤਾਂ ਇੱਦਾਂ ਹੱਥ ਜੋੜ ਜੋੜ ਕੇ ਮਿਲਦੇ ਆ, ਅੰਦਰ ਘੁੰਡੀ ਨਹੀਂ ਆਪਣੀ ਖੋਲ੍ਹਦੇ ਮਨ ਦੀ। ਉਹ ਬੜੇ ਕਰੜੇ ਉਹ ਸਖਤ ਦਿਲ ਹੁੰਦੇ ਆ। ਤੇ ਇਸ ਕਰਕੇ ਉਹਨਾਂ ਬੇਰ ਨੂੰ ਆਪਾਂ ਸਾਰੇ ਹੀ ਨੀਵਾਂ ਫਲ ਸਮਝਦੇ ਹਾਂ। ਹਰ ਥਾਂ ਤੇ ਮਿਲ ਜਾਂਦਾ। ਜੇ ਕੋਈ ਬੇਰ ਖਾ ਵੀ ਲਵੇ ਤੇ ਗਲ ਘੋਟੂ ਬੇਰ ਗਲ ਘੋਟ ਦਿੰਦਾ, ਗਲਾ ਖਰਾਬ ਕਰਦਾ। ਪਰ ਨਾਰੀਅਲ ਤਾਂ ਸੁੱਖ ਦਿੰਦਾ। ਇਸ ਕਰਕੇ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਣ ਲੱਗਿਆ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਸੀ। ਅੱਜ ਕੱਲ੍ਹ ਨਾਰੀਅਲ ਸਾਰੇ ਆਪਾਂ ਬਾਹਮਣਾਂ ਦੇ ਵਿਹੜੇ ਸੁੱਟ ਦਿੱਤੇ ਹੋਏ ਆ ਵੀ ਆਪਾਂ ਤਾਂ ਬੇਰ ਹੀ ਖਾਣੇ ਆ, ਨਾਰੀਅਲ ਨਹੀਂ ਆਪਾਂ ਹੱਥ ਲਾਉਣਾ। ਪਰ ਨਾਰੀਅਲ ਜਿਹੜਾ ਸੀ ਨਾ, ਇਹ ਸਤਿਕਾਰ ਦਾ ਪ੍ਰਤੀਕ ਹੈ ਵੀ ਕਿਸੇ ਵੱਡੇ ਮਹਾਂਪੁਰਸ਼ ਕੋਲ, ਗੁਰੂ ਕੋਲ ਚੱਲੇ ਆ, ਰਾਜੇ ਕੋਲ ਚੱਲੇ ਆ। ਫਲ ਫਰੂਟ ਤਾਂ ਹੋਰ ਵੀ ਲਿਜਾਏ ਜਾ ਸਕਦੇ ਨਾਲ, ਪਰ ਇੱਕ ਪ੍ਰਤੀਕ ਸਿੰਬੋਲਿਕ ਜਿਹੜਾ ਹੈ ਉਹ ਨਾਰੀਅਲ ਸ੍ਰੀ ਫਲ ਹੈ। ਕਿਉਂਕਿ ਉਹਦੇ ਵਿੱਚੋਂ ਨਿਕਲਣ ਵਾਲਾ ਪਾਣੀ ਵੀ ਸੁਖਦਾਈ ਹੈ। ਉਹਦਾ ਸਾਧ ਸੰਗਤ ਜੀ ਸਾਰਾ ਹੀ ਉਹ ਜਿਹੜਾ ਉੱਤੇ ਗੁੱਦਾ ਹੁੰਦਾ ਉਹ ਵੀ ਕੰਮ ਆਉਂਦਾ। ਜਿਹੜੇ ਵਿੱਚ ਨਾਰੀਅਲ ਦੀ ਗਿਰੀ ਹੁੰਦੀ ਹੈ ਉਹ ਵੀ ਬੜੀ ਤਾਕਤ ਵਾਲੀ ਹੁੰਦੀ ਹੈ। ਇਸ ਤਰ੍ਹਾਂ ਇਹ ਸਾਰਿਆਂ ਤੋਂ ਸ਼੍ਰੋਮਣੀ ਫਲ ਜਾਣ ਕੇ ਪੰਡਤ ਕੇਸ਼ਵ ਦਾਸ ਨੇ ਕਲਗੀਧਰ ਜੀ ਦੇ ਚਰਨਾਂ 'ਚ ਰੱਖ ਕੇ ਮੱਥਾ ਟੇਕਿਆ ਹੈ। ਅਗਰ ਅਰਪ ਕਰ ਦਰਸ ਕੀਨ। ਗੁਰੂ ਸਾਹਿਬ ਦੇ ਅੱਗੇ ਨਾਰੀਅਲ ਰੱਖ ਕੇ ਮਹਾਰਾਜ ਦੇ ਦਰਸ਼ਨ ਕੀਤੇ ਹਨ। ਕਹਿਣ ਲੱਗਾ, ਮਹਾਰਾਜ ਤੁਸੀਂ ਧੰਨ ਹੋ, ਗਰੀਬ ਨਵਾਜ ਹੋ, ਮੇਰਾਂ ਦੇ ਸਾਈਂ ਹੋ। ਤਬ ਚੌਂਕੀ ਦਾਸ ਡਸਾਏ ਕੀਨ। ਕਹਿੰਦੇ ਤਾਂ ਫਿਰ ਦਾਸਾਂ ਨੇ, ਸੇਵਾਦਾਰਾਂ ਨੇ ਚੌਂਕੀ ਡਾਈ ਹੈ। ਪਰ ਵਿਪਰ ਬੈਠ ਅਵਲੋਕ ਰੂਪ। ਕਹਿੰਦੇ ਉਸ ਵੇਲੇ ਸਾਧ ਸੰਗਤ ਜੀ ਜਿਹੜੇ ਪੰਡਤ ਕੇਸ਼ਵ ਦਾਸ ਜੀ ਚੌਂਕੀ ਤੇ ਬੈਠ ਗਏ ਨੇ ਤੇ 10ਵੇਂ ਪਾਤਸ਼ਾਹ ਦੇ ਰੂਪ ਵੱਲ ਵੇਖਣ ਲੱਗ ਪਏ। ਆਹਾ, ਉਹਨਾਂ ਨੂੰ ਦਰਸ਼ਨ ਹੋਏ ਨੇ। ਵਿਸ਼ਨੂੰ ਭਗਵਾਨ ਇਹ ਬੈਠੇ ਹਨ, ਸ਼ਿਵ ਭਗਵਾਨ ਵੀ ਇਹੀ ਬੈਠੇ ਹਨ, ਬ੍ਰਹਮਾ ਵੀ ਇਹੀ ਬੈਠੇ ਹਨ। ਗੁਰ ਈਸ਼ਰ, ਗੁਰ ਗੋਰਖ, ਬ੍ਰਹਮਾ ਗੁਰ, ਪਾਰਬਤੀ ਮਾਈ। ਆ ਗੁਰੂ ਹੀ ਸ਼ਿਵ ਜੀ ਹੈ, ਗੁਰੂ ਹੀ ਬ੍ਰਹਮਾ ਹੈ, ਗੁਰੂ ਹੀ ਵਿਸ਼ਨੂੰ ਹੈ ਤੇ ਗੁਰੂ ਹੀ ਸ਼ਕਤੀ ਹੈ, ਗੁਰੂ ਹੀ ਲక్ష్ਮੀ ਹੈ, ਗੁਰੂ ਹੀ ਸਰਸਤੀ ਹੈ। ਆਖੋ ਸਤਨਾਮ ਸ੍ਰੀ ਗੁਰ ਜੈਸਾ ਨਾਹੀ ਕੋ ਦੇਵ। ਗੁਰੂ ਵਰਗਾ ਕੋਈ ਵੀ ਨਹੀਂ ਹੈ, ਸਭ ਤੇ ਵੱਡ ਸਮਰੱਥ ਗੁਰਦੇਵ। ਆਹਾ, ਬਾਜਾਂ ਵਾਲੇ ਪਾਤਸ਼ਾਹ, ਸਰਬ ਸ਼੍ਰੋਮਣੀ ਅਵਤਾਰ ਕਲਯੁਗ ਦੇ ਵਿੱਚ ਜਿੰਨੇ ਵੀ ਅਵਤਾਰ ਸ੍ਰਿਸ਼ਟੀ 'ਚ ਪਹਿਲਾਂ ਹੋਏ ਸਾਰਿਆਂ ਨੂੰ ਨਮਸਕਾਰ ਹੈ। ਪਰ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਰੀਸ ਕੋਈ ਨਹੀਂ। ਸਭ ਤੋਂ ਸੋਹਣੇ ਸੁਲਤਾਨ ਬਾਜਾਂ ਵਾਲੇ ਪਾਤਸ਼ਾਹ ਚੌਂਕੀ ਤੇ ਬੈਠੇ, ਤਖਤ ਤੇ ਬੈਠੇ ਨੇ, ਪਲੰਘੇ ਤੇ ਸਜੇ ਨੇ ਤੇ ਸਾਹਮਣੇ ਕੇਸ਼ਵ ਦਾਸ ਚੌਂਕੀ ਤੇ ਬੈਠ ਗਿਆ ਹੈ ਤੇ ਪਾਤਸ਼ਾਹ ਦਾ ਸੁੰਦਰ ਸਰੂਪ ਵੇਖ ਰਿਹਾ ਹੈ। ਮਨ ਮੋਹਨ ਕ੍ਰਿਸ਼ਨ ਕੇ ਤਨ ਅਨੂਪ। ਇੰਨਾ ਸੋਹਣਾ ਨੱਕ ਹੈ, ਇੰਨੀਆਂ ਸੋਹਣੀਆਂ ਅੱਖਾਂ ਨੇ, ਇੰਨਾ ਚੌੜਾ ਮੱਥਾ ਹੈ, ਇੰਨੀ ਸੁੰਦਰਤਾ ਹੈ। ਆਹਾ, ਦੇਖ ਦੇਖ ਕੇ ਨਾ ਮਨ ਮੋਹਿਆ ਗਿਆ। ਕਹਿਣ ਲੱਗਾ, ਕ੍ਰਿਸ਼ਨ ਭਗਵਾਨ ਦੇ ਬਾਰੇ ਪੜ੍ਹਿਆ ਸੀ ਗ੍ਰੰਥਾਂ 'ਚ ਵੀ ਸੋਹਣੇ ਬੜੇ ਹੋਏ ਨੇ, ਪਰ ਆਹ ਤਾਂ ਕ੍ਰਿਸ਼ਨ ਤੋਂ ਵੀ ਸੋਹਣੇ ਨੇ।
कैसे सुंदर ਸਰੂਪ ਨੇ। ਜਿਮ ਕਹਿਓ ਪੁਰਾਨਨ ਮਹਿ ਸੁਭਾਏ। ਜਿਵੇਂ ਭਗਵਾਨ ਦਾ ਸਰੂਪ ਦੱਸਿਆ ਪੁਰਾਣਾਂ ਦੇ ਵਿੱਚ ਵੀ ਭਗਵਾਨ ਦੇ ਈਸ਼ਵਰ ਅਵਤਾਰ ਦੇ ਆ ਲੱਛਣ ਹੁੰਦੇ ਨੇ। ਉਹਦੀ ਚਿਹਰੇ ਦੀ ਆਕ੍ਰਿਤੀ ਵੀ, ਉਹਦੇ ਚਿਹਰੇ ਦੇ ਆਲੇ ਦੁਆਲੇ ਔਰਾ ਬੜਾ ਕਮਾਲ ਦਾ ਹੁੰਦਾ। ਉਹਦੇ ਬਚਨਾਂ ਵਿੱਚ ਬੜੀ ਸੱਤਿਆ ਹੁੰਦੀ ਹੈ। ਉਹਦੇ ਨੇਤਰਾਂ ਵਿੱਚ ਸੂਰਬੀਰਤਾ ਵੀ ਹੁੰਦੀ ਆ। ਉਹਦੇ ਨੇਤਰਾਂ ਵਿੱਚ ਲਾਜ ਵੀ ਹੁੰਦੀ ਹੈ, ਦਇਆ ਵੀ ਹੁੰਦੀ ਹੈ, ਕਰੁਣਾ ਵੀ ਹੁੰਦੀ ਹੈ। ਉਹ ਸਾਰੇ ਭਾਵ ਵਿਦਵਾਨ ਕੇਸੋਦਾਸ ਪਰਖ ਰਿਹਾ ਹੈ, ਕਿਉਂਕਿ ਅੰਮ੍ਰਿਤ ਰਸ ਵਿਦਵਾਨ ਕੋ ਜਾਣਤ ਇੱਕ ਵਿਦਵਾਨ। ਇੱਕ ਵਿਦਵਾਨ ਹੀ ਵਿਦਵਾਨ ਦੀ ਕਦਰ ਜਾਣ ਸਕਦਾ। ਉਹ ਕਲਗੀਧਰ ਪਾਤਸ਼ਾਹ ਸਰਬ ਵਿਦਿਆ ਕੇ ਨਿਧਾਨ, ਉਹਨਾਂ ਦੇ ਗੁਣ, ਉਹਨਾਂ ਦੀ ਖੂਬੀਆਂ ਨੂੰ ਪੰਡਿਤ ਕੇਸੋਦਾਸ ਵਾਚ ਰਿਹਾ ਹੈ। ਧਿਆਨ ਨਾਲ ਦੇਖ ਰਿਹਾ ਚਿਹਰੇ ਵੱਲ ਵੀ ਮੈਂ ਸੁਣਿਆ ਸੀ ਜੋ, ਉਸ ਤੋਂ ਵੱਧ ਕੇ ਵੇਖਿਆ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਐਸੇ ਸੁੰਦਰ ਸੋਭਾ ਵਾਲੇ ਸਤਿਗੁਰੂ ਹਨ। ਤਿਮ ਸੁੰਦਰ ਤਨ ਗੁਣ ਜੁਤ ਸੁਹਾਏ। ਸੋਹਣੇ ਗੁਣਾਂ ਦੇ ਨਾਲ ਸੁੰਦਰਤਾ ਦੇ ਪੁੰਜ ਬੈਠੇ ਹਨ। ਆ ਕਰਖ ਸੁਚਿਤ ਬਰ ਬਸਹਿ ਲੇਤ। ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਦੇ 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 ਕੇਸੋਦਾਸ ਨੂੰ ਆਪਣਾ ਆਪ ਭੁੱਲ ਗਿਆ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, बुद्ध की न बुद्ध रही, मत में न मत है, सुरत में न सुरत और ध्यान में न ध्यान रहो, ज्ञान में न ज्ञान रहो, गत में न गत है। ऐसी बिस्म विनोदी अवस्था बन गई। गुर को समरथ लख बल निकेत। ते सच्चे पातशाह महाराज दा बल भी वेख्या, शक्ति भी वेखी, रूहानीयत वेखी भी। ये तां शक्तियां दे भंडार भरे पए ने, ਇਹ ਤਾਂ ਬਲ ਦੇ ਖਜ਼ਾਨੇ ਨੇ। ਮਹਾਰਾਜ ਦੇ ਸਰੀਰ ਦੀ ਆਕ੍ਰਿਤੀ ਵੀ ਬਲੀਆਂ ਵਾਲੀ ਸੀ। ਆ ਡੌਲਿਆਂ ਦੀ, ਮੋਢਿਆਂ ਦੀ, ਛਾਤੀ ਦੀ, ਪੱਟਾਂ ਦੀ, ਪਿੰਨੀਆਂ ਦੀ ਸਾਰੀ ਬਨਾਵਟ ਐਸੀ ਸੀ, ਇੱਕ ਇੱਕ ਅੰਗ ਵੱਖਰਾ ਵੱਖਰਾ ਸੀ। ਇੰਨੀ ਮਿਹਨਤ ਕਰਕੇ ਜਿਵੇਂ ਆ ਬਾਡੀ ਬਿਲਡਰ ਤਾਂ ਸਰੀਰ ਬਣਾਉਂਦੇ ਨੇ, ਤੇ ਪਰ ਮਹਾਰਾਜ ਸੱਚੇ ਪਾਤਸ਼ਾਹ ਤਾਂ ਧੁਰ ਤੋਂ ਬੜੇ ਬਣਾਏ ਆਏ ਸਨ। ਐਸੀ ਸੁੰਦਰਤਾ ਸੀ। ਸਾਰੇ ਗੁਣ 16 ਜਿਹੜੇ 16 ਸ਼ਿੰਗਾਰ, 32 ਲੱਛਣ, 64 ਕਲਾ, ਉਹ ਸਾਰੀਆਂ ਹੀ ਗੁਰੂ ਦੇ ਵਿੱਚ ਮੌਜੂਦ ਸਨ। ਦਇਆ ਸਿੰਧ ਬੂਝਿਓ ਸੋ ਪਾਉਨ। ਤਾਂ ਉਸ ਵੇਲੇ ਦਇਆ ਦੇ ਸਮੁੰਦਰ ਸ੍ਰੀ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਪੰਡਿਤ ਕੇਸੋਦਾਸ ਦੀ ਮਨੋਦਸ਼ਾ ਜਾਣ ਗਏ ਵੀ ਇਹ ਤਾਂ ਹੁਣ ਸੁੱਧ ਬੁੱਧ ਗਵਾ ਬੈਠੇ, ਇਹਨਾਂ ਦੇ ਬੋਲਣਾ ਹੀ ਨਹੀਂ, ਕੀ ਬੋਲਣਗੇ। ਕਿਉਂਕਿ ਜਦੋਂ ਬਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਕ ਗੂੰਗਾ ਮੁਸ਼ਕਾਰੇ। ਤਾਂ ਮਹਾਰਾਜ ਆਪ ਪੁੱਛਦੇ ਹਨ, ਬੋਲੇ ਹਨ ਕਲਗੀਧਰ ਜੀ, ਦਿਜ ਜੂ ਕਹੋ ਤੁਮ ਇਸ਼ਟ ਕੌਣ। ਮਹਾਰਾਜ ਕਹਿੰਦੇ ਪੰਡਿਤ ਜੀ ਦੱਸੋ ਤੁਸੀਂ ਕਿਹੜੇ ਇਸ਼ਟ ਨੂੰ ਮੰਨਦੇ ਹੋ। ਸਾਧ ਸੰਗਤ ਜੀ, ਇਸ਼ਟ ਆਪੋ ਆਪਣਾ ਹੁੰਦਾ। ਇਸ਼ਟ ਕਿਸੇ ਦਾ ਬਦਲਿਆ ਵੀ ਨਹੀਂ ਜਾ ਸਕਦਾ। ਕੋਈ ਦੇਵੀ ਨੂੰ ਮੰਨੇ, ਕੋਈ ਗਣੇਸ਼ ਨੂੰ ਇਸ਼ਟ ਮੰਨੇ, ਕੋਈ ਹਨੂਮਾਨ ਜੀ ਨੂੰ ਮੰਨੇ, ਕੋਈ ਸ਼ਿਵ ਜੀ ਭਗਵਾਨ ਦਾ ਪੁਜਾਰੀ ਹੈ, ਕੋਈ ਰਾਮਚੰਦਰ ਜੀ ਨੂੰ ਇਸ਼ਟ ਮੰਨਦਾ ਹੈ, ਕੋਈ ਕ੍ਰਿਸ਼ਨ ਭਗਵਾਨ ਨੂੰ ਮੰਨਦਾ, ਕੋਈ ਰਾਧਾ ਜੀ ਨੂੰ ਮੰਨਦਾ, ਕੋਈ ਰੁਕਮਣੀ ਰਾਧਾ ਨੂੰ ਕ੍ਰਿਸ਼ਨ ਨੂੰ ਮੰਨਦਾ। ਵੱਖਰੀ ਵੱਖਰੀ ਇਹ ਪੱਧਤੀਆਂ ਹਨ। ਇਹ ਮਨੋਦਸ਼ਾ ਹੁੰਦੀ ਹੈ। ਉਹ ਜਿੱਥੇ ਬਿਰਤੀ ਟਿਕਦੀ ਹੈ ਨਾ, ਉਹ ਆਪਣਾ ਇਸ਼ਟ ਬਣਦਾ ਹੈ। ਇਸ ਵਿਸ਼ੇ 'ਤੇ ਬਹੁਤ ਜਿਹੜੇ ਸਾਧਕ ਹਨ, ਮਹਾਂਪੁਰਸ਼, ਉਹ ਜਾਣਦੇ ਹਨ। ਸਾਨੂੰ ਵੀ ਇੰਨਾ ਪਤਾ ਨਹੀਂ। ਪਰ ਮਹਾਰਾਜ ਕਲਗੀਧਰ ਪਾਤਸ਼ਾਹ ਪੰਡਿਤ ਕੇਸਵਦਾਸ ਨੂੰ ਪੁੱਛਦੇ, ਪੰਡਿਤ ਜੀ ਤੁਹਾਡਾ ਇਸ਼ਟ ਕੌਣ ਹੈ। ਇਹ ਕੋ ਆਰਾਧ ਸੇਵਤ ਮਹਾਨ। ਕਿਹਦੀ ਆਰਾਧਨਾ ਕਰਦੇ ਹੋ। ਕਿਉਂਕਿ ਪਰਮੇਸ਼ਰ ਤਾਂ ਇੱਕੋ ਹੀ ਹੈ, ਪਰ ਕੋਈ ਨਾ ਕੋਈ ਪ੍ਰਤੀਕ ਬਣਨ। ਜਿਵੇਂ ਆਪਾਂ ਗੁਰੂ ਕੇ ਸਿੱਖਿਆ ਨਾ, ਸਾਨੂੰ ਧਿਆਨ ਕਿਹਦਾ ਕਰਨਾ ਚਾਹੀਦਾ ਸਾਧ ਸੰਗਤ ਜੀ। 10 ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਕੇ ਨਿਸ਼ਾਨਾ, ਸਰੋਵਰਾਂ, ਜੋੜ ਮੇਲੇ, ਅਰਦਾਸ ਚ ਆਪਾਂ ਇਹੀ ਕਰਦੇ ਹਾਂ। ਪਹਿਲਾਂ ਪ੍ਰਥਮ ਭਗਉਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ। ਆਦਿ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਨੂੰ ਚੇਤੇ ਕਰਨ ਤੋਂ ਬਾਅਦ ਫਿਰ ਆਪਾਂ 10 ਪਾਤਸ਼ਾਹੀਆਂ ਨੂੰ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, 5 ਪਿਆਰਿਆਂ ਨੂੰ, 4 ਸਾਹਿਬਜ਼ਾਦਿਆਂ ਨੂੰ, 40 ਮੁਕਤਿਆਂ ਨੂੰ, ਹੱਠੀਆਂ ਤਪੀਆਂ ਸ਼ਹੀਦਾਂ ਮੁਰੀਦਾਂ ਨੂੰ ਯਾਦ ਕਰਦੇ ਹਾਂ। 5 ਤਖਤਾਂ ਨੂੰ ਯਾਦ ਕਰਦੇ ਹਾਂ, ਗੁਰਧਾਮਾਂ ਨੂੰ ਯਾਦ ਕਰਦੇ ਹਾਂ। ਕਿਉਂ ਕਰਦੇ ਹਾਂ? ਕਿਉਂਕਿ ਸਾਡੇ ਇਸ਼ਟ ਦੇਵ ਦੇ ਸਾਰੇ ਸਥਾਨ ਨੇ, ਅਤੇ ਅਸੀਂ ਆਪਣੇ ਇਸ਼ਟ ਦੇਵ ਦਾ ਧਿਆਨ ਕਰਦੇ ਹਾਂ। ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਫਿਰ ਵਾਹਿਗੁਰੂ ਬੋਲ ਕੇ ਸਾਡੀ ਮੁਕਤੀ ਹੁੰਦੀ ਹੈ, ਕਲਿਆਣ ਹੁੰਦਾ ਹੈ। ਇਸ ਤਰ੍ਹਾਂ ਆਪਣੇ ਆਪਣੇ ਇਸ਼ਟ ਹੁੰਦੇ ਨੇ। ਪੰਡਿਤ ਜੀ
ਤੁਹਾਡਾ ਇਸ਼ਟ ਕੌਣ ਹੈ? ਕਿਸ ਨਿਕਟ ਚਹਿਤ ਆਪਨ ਕਲਿਆਣ। ਕਿਹੜੇ ਦੇਵੀ ਦੇਵਤੇ ਨੂੰ ਮੰਨਦੇ ਹੋ? ਕਿਹੜੇ ਇਸ਼ਟ ਕੋਲੋਂ ਆਪਣੀ ਮੁਕਤੀ ਚਾਹੁੰਦੇ ਹੋ? ਜਿਜ ਕਹੈ ਸੋ ਕੇਸ਼ਵ ਦਾਸ ਫੇਰ। ਕੇਸੋ ਦਾਸ ਪੰਡਤ ਕਹਿਣ ਲੱਗਾ, ਇਸ਼ਟ ਚੰਡਕਾ ਸਭ ਵਡੇਰ। ਮਹਾਰਾਜ ਮੇਰਾ ਇਸ਼ਟ ਚੰਡੀ ਹੈ, ਮੈਂ ਚੰਡਕਾ ਨੂੰ ਮੰਨਦਾ ਹਾਂ। ਉਹ ਆਦਿ ਸ਼ਕਤੀ ਜਿਹੜੀ ਜੰਗਾਂ ਯੁੱਧਾਂ 'ਚ ਵੈਰੀਆਂ ਦਾ ਨਾਸ਼ ਕਰਦੀ ਹੈ, ਧਰਮ ਦਾ ਪ੍ਰਕਾਸ਼ ਕਰਦੀ ਹੈ। ਮੇਰਾ ਇਸ਼ਟ ਉਹ ਹੈ। ਜੇ ਨਿਕਟ ਜਾਚ ਤੇ ਦੇਵ ਸਰਬ। ਉਹ ਚੰਡੀ ਜਿਹਦੇ ਕੋਲ 33 ਕਰੋੜ ਦੇਵੀ ਦੇਵਤੇ ਮੰਗਦੇ ਹਨ। ਜਦੋਂ ਦੇਵਤੇ ਦੈਂਤਾਂ ਤੋਂ ਡਰ ਕੇ ਭੱਜ ਜਾਂਦੇ ਹਨ ਤੇ ਉਸ ਵੇਲੇ ਫਿਰ ਉਹ ਚੰਡੀ ਕੋਲ ਹੀ ਜਾਂਦੇ ਆ ਕਿ ਮਾਤਾ ਸਾਡਾ ਤਾਂ ਰਾਜ ਖੁੱਸ ਗਿਆ, ਦੈਂਤਾਂ ਨੇ ਖੋਹ ਲਿਆ, ਫਿਰ ਤੂੰ ਸਾਡੀ ਸਹਾਇਤਾ ਕਰ। ਫਿਰ ਉਠੀ ਚੰਡ ਜਾਗੇ ਬ੍ਰਹਮ ਕਰਿਓ ਯੁੱਧ ਕੋ ਸਾਜ। ਦੈਂਤ ਸਭੈ ਘਟ ਜਾਏ ਜਿਉ ਬੜਾ ਦੇਵਤ ਨਰਾਜ। ਫਿਰ ਉਹ ਦੇਵਤੇ ਮੰਗਦੇ ਹਨ ਤੇ ਦੈਂਤਾਂ ਨੂੰ ਮਾਰ ਕੇ ਚੰਡੀ ਦੇਵਤਿਆਂ ਨੂੰ ਰਾਜ ਦਿੰਦੀ ਹੈ। ਇਹ ਵਿਧਾਨ ਚੱਲਿਆ ਆਉਂਦਾ ਹੈ। ਜੇ ਖੰਡ ਕੀਨ ਸ਼ਤਰੂਨ ਗਰਭ। ਜਿਸ ਚੰਡੀ ਨੇ ਹਮੇਸ਼ਾ ਵੈਰੀਆਂ ਦਾ, ਰਾਖਸ਼ਾਂ ਦਾ, ਸ਼ਤਰੂਆਂ ਦਾ ਹੰਕਾਰ ਤੋੜਿਆ ਹੀ ਹੈ। ਸਤਯੁਗ ਤੋਂ ਲੈ ਕੇ ਅੱਜ ਤੱਕ ਦੇਖ ਲਓ, ਹੰਕਾਰੀਆਂ ਦਾ, ਜ਼ਾਲਮਾਂ ਦਾ, ਦੁਸ਼ਟਾਂ ਦਾ, ਪਾਪੀਆਂ ਦਾ ਜੇ ਕਿਸੇ ਨੇ ਮਾਣ ਤੋੜਿਆ ਤੇ ਚੰਡੀ ਨੇ ਤੋੜਿਆ। ਹੋਰ ਕਿਸੇ ਤਰੀਕੇ ਨਾਲ ਇਹਨਾਂ ਦਾ ਮਾਣ ਨਹੀਂ ਟੁੱਟਦਾ। ਸਾਧ ਸੰਗਤ ਜੀ, ਜੇ ਔਰੰਗਜ਼ੇਬ ਦੇ ਸਾਹਮਣੇ ਜਾ ਕੇ ਮਾਲਾ ਲੈ ਕੇ ਮਹਾਰਾਜ ਬਹਿ ਜਾਂਦੇ, ਹੱਥ ਜੋੜ ਕੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਤੇ ਹੰਕਾਰੀ ਔਰੰਗੇ ਦਾ ਮਾਣ ਟੁੱਟਣਾ ਨਹੀਂ ਸੀ। ਚੰਡੀ ਖੜਕਾਣੀ ਪਈ ਹੈ ਤੇ ਚੰਡੀ ਤੋਂ ਬਿਨਾਂ ਨਹੀਂ ਟੁੱਟਦਾ। ਹੱਥਾਂ ਬਾਝ ਕਰਾਰਿਆਂ ਵੈਰੀ ਹੋਣ ਨਾ ਮਿੱਤ। ਇਸ ਜਗਤ ਮਾਤ ਕੋ ਮੁਖ ਥਾਨ। ਉਸ ਚੰਡੀ ਦਾ ਜੋ ਮੁੱਖ ਸਥਾਨ ਹੈ, ਜਵਾਲਾਮੁਖੀ ਸੋ ਬਿਦਤਿਓ ਜਹਾਨ। ਉਹ ਜਵਾਲਾਮੁਖੀ ਹੈ। 52 ਸ਼ਕਤੀ ਪੀਠਾਂ ਵਿੱਚੋਂ ਪ੍ਰਸਿੱਧ ਜਵਾਲਾਮੁਖੀ। ਮੈਂ ਉਹਦੇ ਦਰਸ਼ਨ ਕਰਨ ਚੱਲਿਆ ਹਾਂ। ਇਸ ਦਰਸ ਪਰਸ ਬੇਹਰਸ਼ ਧਾਰ। ਬੜੀ ਖੁਸ਼ੀ ਨਾਲ ਉਹਦੇ ਦਰਸ਼ਨ ਕਰਨ ਲਈ ਘਰ ਦੇਸ਼ ਦੂਰ ਤਜ ਕੈ ਪਧਾਰ। ਆਪਣਾ ਦੇਸ਼ ਛੱਡ ਕੇ ਦੂਰ ਦੇਸ਼ ਆਇਆ ਹਾਂ। ਬਹੁਤ ਦੂਰ ਹੈ ਬਨਾਰਸ, ਉੱਥੋਂ ਆਇਆ ਹਾਂ ਮਹਾਰਾਜ। ਸਭ ਆਦ ਸ਼ਕਤ ਦੇਵਾਨ ਦੇਵ। ਜੋ ਸਾਰੇ ਦੇਵਤਿਆਂ ਦੀ ਆਦ ਸ਼ਕਤੀ ਹੈ, ਸਾਰੇ ਉੱਥੋਂ ਪ੍ਰਗਟ ਹੁੰਦੇ ਆ। ਪਹਿਲਾਂ ਮਹਾਰਾਜ ਕਹਿੰਦੇ ਨਾ, ਉਹ ਪਰਮਾਤਮਾ ਅਕਾਲ ਪੁਰਖ ਨਿਰਗੁਣ ਸਰੂਪ ਕੱਲਾ ਹੀ ਹੈ, ਅਖੰਡ ਸਰੂਪ ਹੈ ਉਹਦਾ। ਉਹ ਕੈਸਾ ਹੈ ਕੁਛ ਬਿਆਨ ਨਹੀਂ ਹੋ ਸਕਦਾ। ਚੱਕਰ ਚੇ ਨਾਲ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰਾਂਗਾ ਰੇਖ ਪੇ ਕੋਉ ਕਹਿ ਨਾ ਸਕਤ ਕੇ। ਪਰ ਜਦੋਂ ਉਹ ਪਸਾਰਾ ਪਸਾਰਦਾ ਹੈ ਨਾ, ਉਦੋਂ ਆਪਣੀ ਸ਼ਕਤੀ ਪੈਦਾ ਕਰਦਾ। ਸਭ ਤੋਂ ਪਹਿਲਾਂ ਉਹਦੀ ਸ਼ਕਤੀ ਕੀ ਹੁੰਦੀ? ਹੁਕਮ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਉਹ ਜਿਹੜੀ ਆਦ ਸ਼ਕਤੀ ਹੈ, ਹੁਕਮ ਹੈ, ਭਗਉਤੀ ਹੈ, ਚੰਡੀ ਹੈ, ਕਾਲਕਾ, ਜੋ ਮਰਜ਼ੀ ਉਹਨੂੰ ਨਾਂ ਦੇ ਲਓ। ਉਹਦੇ ਵਿੱਚੋਂ ਫਿਰ 33 ਕਰੋੜ ਦੇਵਤੇ, ਚੰਦ, ਸੂਰਜ, ਧਰਤੀ, ਗ੍ਰਹਿ, ਤਾਰੇ, ਸਾਰੀਆਂ ਸ਼ਕਤੀਆਂ ਪੈਦਾ ਹੁੰਦੀਆਂ। ਦੇਵਤੇ ਕੀ ਨੇ? ਸ਼ਕਤੀਆਂ, ਪਾਵਰਾਂ, ਐਨਰਜੀ। ਆ ਜਿੰਨੀਆਂ ਨੇ, ਸੂਰਜ ਦਾ ਆਪਣਾ ਕੰਮ ਹੈ, ਚੰਦਰਮਾ ਦਾ, ਬੱਦਲ ਦਾ, ਪਾਣੀ ਦਾ, ਹਵਾ ਦਾ, ਅੱਗ ਦਾ, ਇਹ ਸਾਰੇ ਮਹਾਰਾਜ ਨੇ ਕਿੰਨੇ ਦੇਵਤੇ ਤਾਂ ਸਾਡੀ ਰਸੋਈ 'ਚ ਗਿਣਾਤੇ। ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਉਹ ਜਿਹੜੀਆਂ ਸਾਰੀਆਂ ਸ਼ਕਤੀਆਂ ਦਾ ਮੂਲ ਸਰੋਤ ਹੈ, ਆਦ ਸ਼ਕਤੀ ਹੈ। ਪ੍ਰਥਮ ਭਗਉਤੀ ਸਿਮਰਕ ਹੈ। ਜਿਵੇਂ ਸਾਧ ਸੰਗਤ ਜੀ, ਪੱਖੇ, ਕੂਲਰ, ਫਰਿੱਜ, ਕਿੰਨੇ ਸਾਡੇ ਘਰ ਦੇ ਵਿੱਚ ਉਪਕਰਨ ਚੱਲ ਰਹੇ ਨੇ, ਕਿੰਨੀਆਂ ਫੈਕਟਰੀਆਂ ਦੇ ਵਿੱਚ ਮਸ਼ੀਨਾਂ ਚੱਲ ਰਹੀਆਂ ਨੇ, ਪਰ ਬਿਜਲੀ ਇੱਕੋ ਹੀ ਹੈ। ਉਹ ਇੱਕੋ ਬਿਜਲੀ ਦੀ ਪਾਵਰ ਜਿਹੜੀ ਹੈ, ਉਹਦੇ ਵਿੱਚੋਂ ਅਨੇਕਾਂ ਤਰ੍ਹਾਂ ਦੀਆਂ ਪਾਵਰਾਂ ਪ੍ਰਗਟ ਹੋ ਜਾਂਦੀਆਂ ਨੇ। ਕਿਤੇ ਫਰਿੱਜ ਬਣ ਕੇ ਪਦਾਰਥਾਂ ਨੂੰ ਠੰਡੇ ਰੱਖਦੀ ਹੈ, ਕਿਤੇ ਕੂਲਰ ਬਣ ਕੇ ਕਮਰੇ ਠੰਡੇ ਕਰਦੀ ਹੈ, ਕਿਤੇ ਹੀਟ ਬਣ ਕੇ ਕਮਰਿਆਂ 'ਚ ਹੀਟ ਦਿੰਦੀ ਹੈ। ਇਹ ਸਭ ਸ਼ਕਤੀ ਇੱਕੋ ਦਾ ਹੀ ਕੰਮ ਹੈ। ਉਹ ਆਦ ਸ਼ਕਤੀ ਦੇਵਾਨ ਦੇਵ, ਉਹ ਦੇਵਤਿਆਂ ਦੀ ਦੇਵ ਹੈ, ਪ੍ਰਕਾਸ਼ ਰੂਪ ਹੈ। ਬ੍ਰਹਮਾਦ ਜਾਹੇ ਕੀ ਕਰਤ ਸੇਵ। ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਵੀ ਉਹਦੀ ਸੇਵਾ ਕਰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਦੇਖੋ, ਇੱਥੇ ਆਪਣੇ ਲੋਕ ਜਿਹੜੇ ਨੇ ਭੁਲੇਖੇ 'ਚ ਪੈ ਜਾਂਦੇ ਆ। ਖਾਸ ਕਰਕੇ ਸਿੰਘ ਸਭਾ ਲਹਿਰ ਵੇਲੇ ਬੜਾ ਵੱਡਾ ਭੁਲੇਖਾ ਪਾਤਾ। ਅਖੇ ਜੀ ਗੁਰੂ ਨੂੰ ਕੀ ਲੋੜ ਸੀ ਦੇਵੀ ਦੀ ਪੂਜਾ ਕਰਨ ਦੀ, ਗੁਰੂ ਤੇ ਆਪ ਹੀ ਸਮਰੱਥ ਹੈ। ਉਹ ਭਾਈ ਗੁਰੂ ਸਮਰੱਥ ਹੈ, ਪਰ ਗੁਰੂ ਨੇ ਸਾਨੂੰ ਸ਼ਕਤੀ ਨਹੀਂ ਸੀ ਦੇਣੀ, ਉਹ ਸ਼ਕਤੀ ਪ੍ਰਗਟ ਕਰਕੇ ਹੀ ਦੇਣੀ ਸੀ ਨਾ। ਇਸ ਕਰਕੇ ਸਾਰੇ ਬ੍ਰਹਮਾ ਵਿਸ਼ਨੂੰ ਤੋਂ ਵੱਡੀ ਸ਼ਕਤੀ ਦੀ ਗੱਲ ਹੋ ਰਹੀ ਹੈ। ਜਿਹੜੀ ਆਹ ਲੋਕ ਦੇਵੀਆਂ ਦੀ ਪੂਜਾ ਕਰੀ ਜਾਂਦੇ, ਇਹ ਤਾਂ ਉਹਦੇ ਅੰਸ਼ ਨੇ। ਜਿਵੇਂ ਨੈਣਾ ਦੇਵੀ ਉਹਦਾ ਅੰਸ਼ ਹੈ, ਵੈਸ਼ਨੂ ਦੇਵੀ ਉਹਦਾ ਅੰਸ਼ ਹੈ, ਕਾਲੀ ਦੇਵੀ ਉਹਦਾ ਅੰਸ਼ ਹੈ। ਉਹਦੇ ਅੰਸ਼ ਨੇ, ਹਿੱਸੇ ਨੇ, ਉਹ ਵੱਖਰੇ ਵੱਖਰੇ। ਮਹਾਰਾਜ ਹਿੱਸਿਆਂ ਦੀ ਪੂਜਾ ਨਹੀਂ ਕਰ ਰਹੇ।
ਮਹਾਰਾਜ ਮਹਾਰਾਜ ਫਰਿੱਜ ਦੀ ਪੂਜਾ ਨਹੀਂ ਕਰ ਰਹੇ, ਕੂਲਰ ਦੀ ਪੂਜਾ ਨਹੀਂ ਕਰ ਰਹੇ, ਪੱਖੇ ਦੀ ਪੂਜਾ ਨਹੀਂ ਕਰ ਰਹੇ, ਮਹਾਰਾਜ ਹੀਟਰ ਦੀ ਪੂਜਾ ਨਹੀਂ ਕਰ ਰਹੇ। ਮਹਾਰਾਜ ਪੂਜਾ ਕਰ ਰਹੇ ਨੇ ਇਲੈਕਟ੍ਰਿਕ ਪਾਵਰ ਦੀ, ਬਿਜਲੀ ਦੀ। ਉਹ ਅਕਾਲ ਪੁਰਖ ਦੀ ਸ਼ਕਤੀ ਹੈ ਜੋ ਦੀਵਾਨ ਦੇਵ ਹੈ। ਆਮ ਜੀ ਲਿਵ ਲਗੀ ਸਦਾ ਤਿਸ ਨਾਮ ਕੇਰ, ਉਹਦੇ ਚਰਨਾਂ ਵਿੱਚ ਮੇਰੀ ਲਿਵ ਲੱਗੀ ਹੋਈ ਹੈ। ਪੰਡਿਤ ਕੇਸੋ ਦਾਸ ਕਹਿੰਦੇ ਹਰ ਵੇਲੇ ਮੈਂ ਚੰਡਕਾ ਦਾ ਜਾਪ ਜਪਦਾ ਹਾਂ। ਮੈਂ ਕਰੋ ਧਿਆਨ ਪੂਜਾ ਕਨੇਰ, ਮੈਂ ਦਿਨ ਰਾਤ ਧਿਆਨ ਕਰਦਾ ਹਾਂ, ਪੂਜਾ ਕਰਦਾ ਹਾਂ, ਚੰਡੀ ਦੀ ਪੂਜਾ ਕਰਦਾ ਹਾਂ। ਸੁਨ ਗੁਰੂ ਬੂਝਣਾ ਕੀਨ ਤਾਹੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਆ ਵਿੱਚ ਜਹਾਜ਼ ਵੀ ਆ ਜਾਂਦੇ ਨੇ, ਅਸਲ ਵਿੱਚ ਇਹ ਵੀ ਚੰਡੀ ਦਾ ਹੀ ਰੂਪ ਹੁੰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਇਹ ਵੀ ਮਹਾਰਾਜ ਦਾ ਹੁਕਮ ਮੰਨ ਕੇ ਸੁਣ ਲੈਣਾ। ਕਹਿੰਦੇ ਮਹਾਰਾਜ 10ਵੇਂ ਪਾਤਸ਼ਾਹ ਪੁੱਛਦੇ ਨੇ, ਸੁਨ ਗੁਰੂ ਬੂਝਣਾ ਕੀਨ ਤਾਹੇ, ਮਹਾਰਾਜ ਪੰਡਤ ਨੂੰ ਪੁੱਛਣ ਲੱਗੇ, ਜਗ ਮਾਤ ਪੂਜਬੇ ਹਮੈ ਤਾਹੇ, ਚਾਹੇ ਜਗ ਮਾਤ ਪੂਜਬੇ ਹਮੈ ਚਾਹੇ। ਮਹਾਰਾਜ ਕਹਿੰਦੇ ਕਲਗੀਧਰ ਪਾਤਸ਼ਾਹ ਕਹਿੰਦੇ, ਪੰਡਤ ਜੀ ਅਸੀਂ ਉਸ ਜਗਤ ਮਾਤ ਚੰਡਕਾ ਨੂੰ ਪੂਜਣਾ ਚਾਹੁੰਦੇ ਆ, ਅਸੀਂ ਉਹਦੀ ਪੂਜਾ ਕਰਕੇ ਉਹਨੂੰ ਪ੍ਰਗਟ ਕਰਨਾ ਚਾਹੁੰਦੇ ਆ, ਜਿਸ ਤੇ ਪ੍ਰਤੱਖ ਹੋਏ ਦਰਸ ਦੇਹ, ਜਿਸ ਤੋਂ ਪ੍ਰਤੱਖ ਹੋ ਕੇ ਦਰਸ਼ਨ ਦੇਵੇ। ਕਿਉਂਕਿ ਜਬਨਾ ਮਲੇਸ਼ਾ ਨੇ ਧਰਮ ਦਾ ਨਾਸ ਕਰ ਛੱਡਿਆ ਹੈ। ਸਾਰੇ ਪਾਸੇ ਧਰਮ ਦਾ ਪਾਪ ਦਾ ਡੰਕਾ ਵੱਜ ਰਿਹਾ ਹੈ। ਗਊ ਗਰੀਬ ਨੂੰ ਜ਼ਾਲਮ ਮਾਰ ਰਹੇ ਨੇ। ਹੁਣ ਚੰਡੀ ਤੋਂ ਬਿਨਾਂ ਇਹਨਾਂ ਦਾ ਨਾਸ ਕਰਨਾ ਔਖਾ ਹੈ। ਹਮ ਹੇਰ ਰੂਪ ਵਰ ਮੰਗ ਲੇਹ, ਅਸੀਂ ਉਸ ਸ਼ਕਤੀ ਦੇ ਦਰਸ਼ਨ ਕਰਕੇ ਉਸ ਤੋਂ ਵਰ ਮੰਗਾਂਗੇ। ਤੁਮ ਪੈ ਵਿਧਾਨ ਇਹ ਸ਼ਕਲ ਆਏ, ਇਹ ਤੁਹਾਨੂੰ ਸਾਰਾ ਵਿਧਾਨ ਆਉਂਦਾ ਹੈ, ਤੁਸੀਂ ਵਿਧੀ ਵਿਧਾਨ ਕਰੋ। ਅਸੀਂ ਅਕਾਲ ਪੁਰਖ ਦੀ ਸ਼ਕਤੀ ਨੂੰ ਪ੍ਰਗਟ ਕਰਕੇ ਵਰ ਮੰਗਾਂਗੇ। ਦੇ ਸ਼ਿਵਾ ਵਰ ਮੋਹਿ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋਂ, ਨਾ ਟਰੋਂ ਅਰਸੋਂ ਜਬ ਜਾਏ ਲਰੋਂ, ਨਿਸ਼ਚੈ ਕਰ ਆਪਣੀ ਜੀਤ ਕਰੋ। ਇਹ ਅਸੀਂ ਵਰ ਮੰਗਾਂਗੇ। ਜੈ ਪ੍ਰਯੋਗ ਸਭ ਵਿਦ ਬਣਾਏ, ਤੁਸੀਂ ਭਲੀ ਪ੍ਰਕਾਰ ਨਾਲ ਪ੍ਰਯੋਗ ਕਰ ਦਿਓ ਪੰਡਤ ਜੀ। ਵਿਧੀ ਪੂਰਵਕ ਜੋ ਵਿਧਾਨ ਬਣਿਆ ਹੋਇਆ ਹੈ ਉਹਦੇ ਮੁਤਾਬਕ ਅਸੀਂ ਸਾਰਾ ਖਰਚਾ ਕਰਾਂਗੇ। ਚਾਹੀਏ ਸਮਗਰੀ ਤਬ ਜਿਤੇਕ, ਜਿੰਨੀ ਤੁਹਾਨੂੰ ਸਮੱਗਰੀ ਚਾਹੀਦੀ ਹੈ ਪੂਜਾ ਵਾਸਤੇ ਉਹ ਸਾਰੀ ਅਸੀਂ ਮੰਗਾ ਦਿਆਂਗੇ। ਜੋ ਦੁਲੱਭ ਹੋਏ ਕਹੀਐ ਤਿਤੇਕ, ਜਿਹੜੀ ਨਹੀਂ ਮਿਲਦੀ ਕਿਤੋਂ ਚੀਜ਼ ਉਹ ਵੀ ਦੱਸ ਦਿਓ। ਅਸੀਂ ਭਾਵੇਂ ਕਿਸੇ ਮੁਲਕ ਤੋਂ ਮੰਗਾਣੀ ਪਵੇ ਉਹ ਮੰਗਾ ਲਵਾਂਗੇ, ਤਾਂ ਕਿ ਸਾਡੇ ਚੰਡੀ ਦੇ ਪ੍ਰਯੋਗ ਵਿੱਚ ਕੋਈ ਵਿਘਨ ਨਾ ਪਵੇ। ਜਿਵੇਂ ਮੰਤਰ ਪਾਠ ਅਰ ਅਮਨ ਹਮਨ ਹੋਏ, ਜਿਵੇਂ ਮੰਤਰ ਪਾਠ ਕਰਨਾ ਹੈ, ਹਮਨ ਹੋਣਾ ਹੈ ਚੰਡੀ ਨੂੰ ਪ੍ਰਗਟ ਕਰਨ ਦਾ, ਉਹ ਤੁਸੀਂ ਕਰੋ। ਕਿਤਕ ਕਾਲ ਲਗ ਕਹੋ ਸੋਏ, ਤੇ ਕਿੰਨਾ ਚਿਰ ਹੋਵੇਗਾ ਇਹ ਟਾਈਮ ਦੱਸ ਦਿਓ ਵੀ ਇੰਨਾ ਸਮਾਂ ਲੱਗੇਗਾ। ਗਣ ਦਿਜਨ ਭਨੀ ਮਹਿਮਾ ਤੁਮਾਰ, ਕਿਉਂਕਿ ਬਹੁਤ ਸਾਰੇ ਪੰਡਤਾਂ ਨੇ ਤੁਹਾਡੀ ਮਹਿਮਾ ਦੱਸੀ ਹੈ। ਜਿਹੜੇ ਧਰਮੀ ਕਰਮੀ ਨੇਕ ਚਾਲ ਚੱਲਣ ਵਾਲੇ ਸੰਤੋਖੀ ਪੰਡਤ ਸਨ, ਅਸੀਂ ਉਹਨਾਂ ਨੂੰ ਪੁੱਛਿਆ ਸੀ ਵੀ ਕੋਈ ਐਸਾ ਚੰਡੀ ਦਾ ਉਪਾਸ਼ਕ ਬ੍ਰਾਹਮਣ ਹੈ ਤੁਹਾਡੇ ਵਿੱਚ? ਉਹਨਾਂ ਨੇ ਕਿਹਾ ਸੀ ਅਸੀਂ ਤਾਂ ਨਹੀਂ ਆ, ਪਰ ਕਾਸ਼ੀ ਦਾ ਕੇਸ਼ੋ ਦਾਸ ਪੰਡਤ ਹੈ, ਵਿਦ ਚੰਡ ਪੂਜਬੇ ਮਹਿ ਉਦਾਰ, ਜਿਹੜਾ ਚੰਡੀ ਨੂੰ ਪੂਜਣ ਵਿੱਚ ਬੜਾ ਉਦਾਰ, ਖੁੱਲੇ ਖਿਆਲਾਂ ਵਾਲਾ ਹੈ। ਦੋਹਰਾ ਪ੍ਰਾਪਤ ਹੋਇਓ ਆਨ ਕਰ, ਹੈ ਜੇ ਵਿਧਾਨ ਪ੍ਰਬੀਨ। ਕਹਿੰਦੇ ਜੇ ਤੁਸੀਂ ਹੁਣ ਆ ਹੀ ਗਏ ਹੋ ਪੰਡਤ ਜੀ, ਪਰਮੇਸ਼ਰ ਨੇ ਤੁਹਾਨੂੰ ਭੇਜਿਆ ਹੈ, ਤੇ ਹੁਣ ਜੇ ਕੋਈ ਉਹਦਾ ਵਿਧਾਨ ਤੁਹਾਨੂੰ ਆਉਂਦਾ ਹੈ ਤਾਂ ਤੁਸੀਂ ਇਹ ਪ੍ਰਯੋਗ ਕਰੋ। ਕਰੋ ਬਿਦਤ ਸ਼੍ਰੀ ਚੰਡਕਾ, ਤੇਜ ਤੁਰਕ ਹਿਤ ਹੀਨ, ਤੁਰਕਾਂ ਦਾ ਤਪ ਤੇਜ ਨਾਸ ਕਰਨ ਲਈ ਚੰਡੀ ਨੂੰ ਪ੍ਰਗਟ ਕਰੋ। ਸ਼੍ਰੀ ਕਲਗੀ ਧਰ ਕੇ ਬਚਨ ਸੁਨ, ਕਰ ਸਭ ਦਿਜ ਰਾਏ। ਕਹਿੰਦੇ ਪੰਡਤ ਕੇਸੋ ਦਾਸ ਨੇ ਕਲਗੀ ਧਰ ਦੇ ਬਚਨ ਸੁਣੇ ਅਤੇ ਫਿਰ ਸਾਰੇ ਪੰਡਤਾਂ ਨਾਲ ਸਲਾਹ ਕੀਤੀ। ਕੇਤਕ ਸਮੈ ਵਿਚਾਰ ਕਰ, ਬੋਲਣ ਚਾਹੇ ਉਠਾਏ। ਵਿਚਾਰ ਕੇ ਬੜੇ ਧਿਆਨ ਨਾਲ ਸੋਚ ਕੇ, ਕਿਉਂਕਿ ਵੱਡੇ ਅਵਤਾਰਾਂ ਦੇ ਸਾਹਮਣੇ ਬੋਲਣਾ ਵੀ ਕੋਈ ਸੌਖਾ ਨਹੀਂ ਹੁੰਦਾ, ਹਰ ਗੱਲ ਨੂੰ ਤੋਲ ਕੇ ਬੋਲਿਆ ਜਾਂਦਾ। ਪੰਡਤ ਕੇਸੋ ਦਾਸ ਕੀ ਬੋਲਿਆ ਅੱਗੇ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾ,
ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਹੇ ਸਮਰਾਥ ਅਗੰਮ ਪੂਰਨ ਮੋਹਿ ਮਯਾਤ ਅੰਧਕੂਪ ਮਹਾ ਧਿਆਨ ਨਾਨਕ ਪਾਰਿ ਉਤਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।